दोहरा नंद लाल की बारता कहो सुनो मत लाए। जिम सतगुर सो मिल रे हो आनंद अधिकाए। वाहिगुरु जी का खालसा वाहिगुरु जी की फतेह। परम सत्कार ते सन्मानयोग सतगुरु जी दे परम प्यार च परोती होई गुरु रंग च रंगी होई गुरु खालसा साध संगत जियो धनता दे पात्र हो। नेता प्रति नौवें पातशाह धन श्री गुरु तेग बहादुर साहिब जी दे पवित्र पावन सचखंड दरबार अंदर सतगुरु श्री गुरु ग्रंथ साहिब जी दे पवित्र चरण कमलों विच हाजरियां भर के अपने जीवन दीयां घड़ियां गुरु लेखे लाउंदियां सफला करदे गुरु घर दे अनेन सेवक महान जरनैल शहीद बाबा बंदा सिंह जी बहादुर अज तिन्हां दा शहीदी दिहाड़ा है। दिल्ली दी धरती ते शेख बख्तियार काकी जी दे जो मजार है उहदे नेड़े बाबा बंदा सिंह जी बहादुर नूं अज दे दिन शहीद किया गया। 700 ਦੇ ਨੇੜੇ ਸਿੰਘ ਜੋ ਰੋਜ਼ 100 ਕਰਕੇ ਸ਼ਹੀਦ ਕੀਤੇ ਗਏ। ਬਾਬਾ ਜੀ ਦਾ 4 ਸਾਲ ਦਾ ਬੱਚਾ ਬਾਬਾ ਜੀ ਦੀ ਗੋਦ ਵਿੱਚ ਰੱਖ ਕੇ ਸ਼ਹੀਦ ਕਰਕੇ ਉਹਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਜੀ ਦੇ ਮੁਖ 'ਚ ਤੁੰਨਿਆ ਗਿਆ। ਪਰ ਗੁਰੂ ਕਾ ਲਾਲ ਗੁਰੂ ਕਾ ਸੂਰਮਾ ਅਡੋਲ ਰਹਿ ਕੇ ਆਪਣੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਗਿਆ। ਜਮੂਰਾਂ ਨਾਲ ਸਰੀਰ ਦਾ ਮਾਸ ਨੋਚ ਦਿੱਤਾ ਗਿਆ ਪਰ ਸਰੀਰ ਦੀ ਪਰਵਾਹ ਨਾ ਕਰਦਿਆਂ ਹੋਇਆਂ ਸ਼ਹਾਦਤ ਦੇ ਜਾਮ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਪੀਤਾ। ਉਹਨਾਂ ਦੀ ਮਹਾਨ ਸ਼ਹਾਦਤ ਨੂੰ ਸੀਸ ਝੁਕਾ ਕੇ ਸਜਦਾ ਕੋਟੀ ਕੋਟ ਪ੍ਰਣਾਮ ਹੈ। ਲੜੀਵਾਰ ਇਤਿਹਾਸ ਸਤਿਗੁਰੂ ਜੀ ਦੇ ਇਤਿਹਾਸ ਗੁਰੂ ਕਲਗੀਧਰ ਜੀ ਦੇ ਇਤਿਹਾਸ ਦੀ ਕਥਾ ਆਪ ਜੀ ਬਹੁਤ ਹੀ ਅਦਬ ਸਤਕਾਰ ਤੇ ਸ਼ਰਧਾ ਸਹਿਤ ਸਰਵਣ ਕਰ ਰਹੇ। ਦਇਆਨਿਧ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਨੂੰਹ ਪਿੰਡ ਵਾਲਿਆਂ ਨੂੰ ਦੰਡ ਦਿੱਤਾ ਹੈ। ਇਹਨਾਂ ਦੀ ਕਰਨੀ ਦਾ ਫਲ ਇਹਨਾਂ ਨੂੰ ਭੁਗਤਾਇਆ ਕਿਉਂਕਿ ਆਉਂਦੀ ਹੋਈ ਸੰਗਤ ਨੂੰ ਰਸਤੇ 'ਚ ਇਹਨਾਂ ਨੇ ਲੁੱਟਿਆ, ਕੁਝ ਸਿੱਖਾਂ ਨੂੰ ਜ਼ਖਮੀ ਕੀਤਾ ਔਰ ਉਹਨਾਂ ਦਾ ਜਿਹੜਾ ਰਾਜ ਸਾਜ ਸੀ ਸੰਗਤ ਦੇ ਕੋਲ ਬਹੁਤ ਸਾਰੀਆਂ ਵਸਤੂਆਂ ਇਹਨਾਂ ਨੇ ਖੋਹੀਆਂ ਨੇ। ਇਸ ਪਿੰਡ ਦੀ ਇਸ ਵਧੀਕੀ ਦਾ ਦੰਡ ਦੇਣਾ ਅਤੀ ਜ਼ਰੂਰੀ ਸੀ ਤਾਂ ਜੋ ਆਉਣ ਵਾਲੇ ਸਮੇਂ 'ਚ ਜਿਹੜੀ ਸੰਗਤ ਗੁਰੂ ਘਰ ਆਉਣੀ ਹੈ ਉਸ ਸੰਗਤ ਵੱਲ ਉਹਨਾਂ ਸਿੱਖਾਂ ਵੱਲ ਇਹਨਾਂ ਦੀ ਖੋਟੀ ਦ੍ਰਿਸ਼ਟੀ ਨਾ ਹੋ ਸਕੇ, ਭੈ 'ਚ ਰਹਿਣ, ਡਰ 'ਚ ਰਹਿਣ ਤੇ ਸੰਗਤ ਵੀ ਨਿਰਭੈ ਹੋ ਕੇ ਆਵੇ। ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਨਿਰਭੈਤਾ ਦਾ ਦਾਨ ਬਖਸ਼ਦੇ ਨੇ। ਇਹ ਪਾਵਨ ਇਤਿਹਾਸ ਆਪਾਂ ਕੱਲ ਦੀ ਕਥਾ 'ਚ ਸਰਵਣ ਕੀਤਾ ਕਿ ਸਤਿਗੁਰੂ ਜੀ ਜਿੱਥੇ ਪਿੰਡ ਨਾਲ ਜੰਗ ਲੜ ਕੇ ਆਏ ਨੇ, ਰਸਤੇ ਵਿੱਚ ਸਿੰਘਾਂ ਨੂੰ ਸ਼ਸਤਰ ਚਲਾਉਣ ਦੀ ਵਿਦਿਆ, ਸ਼ਿਕਾਰ ਖੇਡਣ ਦੇ ਹੋਰ ਜੰਗ ਦੀਆਂ ਕਈ ਨੀਤੀਆਂ ਜਿਹੜੀਆਂ ਨੇ ਦੱਸਦੇ ਤੇ ਸਿਖਾਉਂਦੇ ਆ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਘਰ ਦੇ ਮਹਾਨ ਸੇਵਕ ਦੀਵਾਨ ਭਾਈ ਸਾਹਿਬ ਭਾਈ ਨੰਦ ਲਾਲ ਜੀ
ਤਿਨਾਂ ਦਾ ਗੁਰੂ ਸ਼ਰਨ ਵਿੱਚ ਕਿਵੇਂ ਆਉਣਾ ਹੋਇਆ, ਉਹ ਕਥਾ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ। ਦੀਵਾਨ ਭਾਈ ਨੰਦ ਲਾਲ ਸਾਹਿਬ ਗੁਰੂ ਘਰ ਦੇ ਐਸੇ ਮਹਾਨ ਅਨਿੰਨ ਸੇਵਕ ਨੇ ਕਿ ਜਿਨ੍ਹਾਂ ਵੱਲੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗਾਇਨ ਕਰਨ ਵਾਸਤੇ ਮਰਿਆਦਾ ਵਿੱਚ, ਰਹਿਤ ਮਰਿਆਦਾ ਦੇ ਵਿੱਚ ਹੁਕਮ ਵੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਦਸਵੇਂ ਪਾਤਸ਼ਾਹ ਜੀ ਦੀ ਬਾਣੀ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਔਰ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਕੀਰਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ 'ਚ ਹੋ ਸਕਦਾ ਹੈ। ਇਹ ਰਹਿਤ ਮਰਿਆਦਾ ਜੋ ਪੰਥ ਨੇ ਬਣਾਈ ਸੀ, ਉਹਦੇ ਵਿੱਚ ਇਹ ਮਰਿਆਦਾ ਦੇ ਵਿੱਚ ਅੰਕਿਤ ਹੈ। ਭਾਈ ਸਾਹਿਬ ਨੇ ਆਪਣੀ ਬਾਣੀ ਦੁਆਰਾ ਮਨੁੱਖ ਦੀ ਜ਼ਿੰਦਗੀ ਦਾ ਪ੍ਰਯੋਜਨ ਸਮਝਾਇਆ ਹੈ। ਫਾਰਸੀ ਦੇ ਮਹਾਨ ਮਾਰਤੰਡ ਵਿਦਵਾਨ ਨੇ ਭਾਈ ਨੰਦ ਲਾਲ ਜੀ। ਇਹਨਾਂ ਦੇ ਪਿਤਾ ਭਾਈ ਛੱਜੂ ਰਾਮ ਜੀ ਨੇ ਭਾਈ ਸਾਹਿਬ ਜੀ ਨੂੰ ਬੜੀ ਉਚੇਰੀ ਵਿਦਿਆ ਜਿਹੜੀ ਫਾਰਸੀ ਦੀ ਉਹ ਪੜ੍ਹਾਈ। ਭਾਈ ਸਾਹਿਬ ਦੀ 18 ਕੁ ਸਾਲ ਦੀ ਉਮਰ ਸੀ ਜਦੋਂ ਗਜਨੀ ਤੋਂ, ਕਿਉਂਕਿ ਇਹਨਾਂ ਦੀ ਜਨਮ ਭੂਮੀ ਗਜਨੀ ਸੀ, ਉੱਥੋਂ ਚੱਲ ਕੇ ਮੁਲਤਾਨ ਆ ਗਏ। ਭਾਈ ਸਾਹਿਬ ਦੀ ਜਿਹੜੀ ਅੰਸ਼ ਵੰਸ਼ ਹੈ ਭਾਈ ਨੰਦ ਲਾਲ ਜੀ ਦੇ ਪਰਿਵਾਰ ਦੀ, ਉਹਨਾਂ ਵਿੱਚ ਹੁਣ ਤੱਕ ਜਿਹੜੇ ਗੁਰਸਿੱਖ ਗੁਰਮੁਖ ਨੇ ਉਹ ਅੱਗੇ ਵੰਸ਼ਜ ਚੱਲਦੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗਰੀਬ ਨਵਾਜ ਸਾਹਿਬ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨੰਦ ਲਾਲ ਕੀ ਬਾਰਤਾ ਕਹੋ ਸੁਨੋ ਮਤ ਲਾਏ। ਇਹ ਗੁਰੂ ਕੀ ਕਥਾ ਸੁਣਨ ਵਾਲੇ ਸਰੋਤਾ ਜਨੋ ਸੁਣੋ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਸੁਣਾ ਰਹੇ ਨੇ ਸਾਨੂੰ ਸਾਰਿਆਂ ਨੂੰ, ਕਹਿੰਦੇ ਸੁਣੋ ਭਾਈ, ਤੁਹਾਨੂੰ ਦੀਵਾਨ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਜੋ ਵਾਰਤਾ ਹੈ, ਤਿਨਾਂ ਦੀ ਜੋ ਕਥਾ ਹੈ, ਗੁਰੂ ਸ਼ਰਨ ਵਿੱਚ ਉਹ ਕਿਵੇਂ ਆਏ ਨੇ, ਸਤਿਗੁਰਾਂ ਨੇ ਕਿਵੇਂ ਤਿਨਾਂ ਨੂੰ ਆਪਣੇ ਗਲ ਨਾਲ ਲਾਇਆ ਹੈ, ਕਿਵੇਂ ਸਾਹਿਬ ਦੇ ਕੋਲ ਰਹਿ ਕੇ ਗੁਰਦੇਵ ਦੇ ਦਰਸ਼ਨ ਕਰਕੇ ਭਾਈ ਨੰਦ ਲਾਲ ਜੀ ਕਹਿੰਦੇ ਸਨ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ। ਇਹੋ ਜਿਹੇ ਪਾਵਨ ਬਚਨ ਆਪਣੀ ਰਸਨਾ ਤੋਂ ਉਚਾਰਨ ਕਰਨ ਵਾਲੇ ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਐਸੇ ਪਾਵਨ ਬਚਨ ਆਪਣੀ ਰਸਨਾ ਤੋਂ ਕਰਕੇ ਸੁਣਾ ਕੇ ਸਿੱਖਾਂ ਨੂੰ ਸੁਨੇਹਾ ਦੇਣ ਵਾਲੇ ਦੀਵਾਨ ਭਾਈ ਸਾਹਿਬ ਭਾਈ ਨੰਦ ਲਾਲ ਜੀ, ਜੋ ਆਪਣੇ ਆਪ ਨੂੰ ਗੋਇਆ ਲਿਖਦੇ ਹਨ, ਦੀਵਾਨੇ ਗੋਇਆ, ਤਿਨਾਂ ਦਾ ਇਤਿਹਾਸ, ਤਿਨਾਂ ਦੀ ਵਾਰਤਾ ਐ ਸਤ ਸੰਗਿਓ ਸਰਵਣ ਕਰੋ। ਜਿਮ ਸਤ ਗੁਰ ਸੋ ਮਿਲ ਰਹਿਓ ਆਨੰਦ ਲੈ ਅਧਿਕਾਏ। ਜਿਵੇਂ ਭਾਈ ਨੰਦ ਲਾਲ ਜੀ ਸਤਿਗੁਰੂ ਜੀ ਨੂੰ ਮਿਲ ਰਹੇ, ਕਲਗੀਧਰ ਜੀ ਦੀ ਸ਼ਰਨ 'ਚ ਰਹਿ ਕੇ ਉਹਨਾਂ ਨੇ ਆਪਣੇ ਜੀਵਨ ਵਿੱਚ ਭਾਰੀ ਆਨੰਦ ਪ੍ਰਾਪਤ ਕੀਤਾ ਹੈ। ਚੌਪਈ ਖੱਤਰੀ ਹੁਤੋ ਮਹਾ ਧਨਵੰਤਾ। ਭਾਈ ਨੰਦ ਲਾਲ ਜੀ ਦਾ ਜਨਮ ਖੱਤਰੀ ਬਰਾਦਰੀ 'ਚੋਂ ਇੱਕ ਚੰਗੇ ਧਨੀ ਮੀਰ ਮੁਨਸ਼ੀ ਭਾਈ ਛੱਜੂ ਰਾਮ ਜੀ ਦੇ ਗ੍ਰਹਿ ਵਿਖੇ ਹੋਇਆ। ਇਸਕੇ ਗ੍ਰਹਿ ਜਨਮਿਓ ਮਤਵੰਤਾ। ਬੜੇ ਮਤਵਾਨ, ਬੜੇ ਸਿਆਣੇ, ਸੂਝਵਾਨ, ਬੁੱਧੀਮਾਨ ਬਾਲਕ ਭਾਈ ਨੰਦ ਲਾਲ ਜੀ ਦਾ ਤਿਨਾਂ ਦੇ ਗ੍ਰਹਿ ਵਿਖੇ ਜਨਮ ਹੋਇਆ। ਧਰਮ ਵੈਸ਼ਨੋ ਧਾਰਨ ਕਰੇ। ਇਹਨਾਂ ਦੇ ਜਿਹੜੇ ਪਿਤਾ ਜੀ ਸਨ ਛੱਜੂ ਰਾਮ ਜੀ, ਉਹ ਵੈਸ਼ਨਵ ਮਤ ਦੇ ਧਾਰਨੀ ਸਨ। ਹਿੰਦੁਸਤਾਨ ਦੇ ਕਈ ਮਤ ਨੇ, ਕਈ ਫਿਰਕੇ ਨੇ,
ਉਹਨਾਂ ਵਿੱਚੋਂ ਇੱਕ ਮਤ ਵੈਸ਼ਨਵ ਮਤ ਹੈ। ਭਾਈ ਛੱਜੂ ਰਾਮ ਜੀ ਜੋ ਭਾਈ ਨੰਦ ਲਾਲ ਸਾਹਿਬ ਜੀ ਦੇ ਪਿਤਾ ਸਨ, ਉਹ ਵੈਸ਼ਨਵ ਮਤ ਦੇ ਧਾਰਨੀ ਸਨ। ਇਸ ਕੋ ਪਿਤਾ ਭਾਉ ਮਨ ਤਰੇ। ਇਹਨਾਂ ਦੇ ਪਿਤਾ ਭਾਈ ਛੱਜੂ ਰਾਮ ਜੀ ਵੈਸ਼ਨਵ ਮਤ ਦੇ ਨਾਲ ਸਨੇਹ ਰੱਖਦੇ ਸਨ। ਜਬ ਦਵਾਦਸ਼ ਸੰਮਤ ਕੋ ਹੋਆ। ਜਦੋਂ ਭਾਈ ਨੰਦ ਲਾਲ ਜੀ ਦੀ ਉਮਰ 12 ਸਾਲ ਦੀ ਹੋਈ, ਇਹਨਾਂ ਦਾ ਸਰੀਰ 12 ਸਾਲ ਦਾ ਹੋਇਆ। ਇੱਕ ਦਿਨ ਵਿਚਰਤ ਪਿਤ ਨੇ ਜੋਆ। ਪਿਤਾ ਨੇ ਆਪਣੇ ਪੁੱਤਰ ਭਾਈ ਨੰਦ ਲਾਲ ਜੀ ਨੂੰ ਵਿਚਰਦਿਆਂ ਵੇਖਿਆ ਕਿ ਮੇਰਾ ਬੇਟਾ 12 ਸਾਲ ਦੀ ਉਮਰ ਦਾ ਹੋ ਗਿਆ। ਅਬੇ ਉਚਿਤ ਕੰਠੀ ਬੰਦਵਾਵਨ। ਜਿਹੜੇ ਵੈਸ਼ਨਵ ਹੁੰਦੇ ਨੇ ਗਲ ਦੇ ਵਿੱਚ ਇੱਕ ਲੱਕੜੀ ਦੀ ਕੰਠੀ ਬਣਾ ਕੇ ਪਾਉਂਦੇ, ਉਹਨਾਂ ਦਾ ਇਹ ਚਿੰਨ੍ਹ ਹੈ। ਲੱਕੜੀ ਦੀ ਇੱਕ ਕੰਠੀ ਬਣਾ ਕੇ ਆਪਣੇ ਕੰਠ ਦੇ ਵਿੱਚ ਧਾਰਨ ਕਰਦੇ ਨੇ, ਜਿੱਥੋਂ ਇਹ ਪ੍ਰਤੀਕ ਬਣਦਾ ਹੈ ਕਿ ਇਹ ਵੈਸ਼ਨਵ ਮਤ ਦੀ ਨਿਸ਼ਾਨੀ ਹੈ। ਹਰ ਇੱਕ ਮਤ ਤੋਂ ਆਪੋ ਆਪਣੀਆਂ ਨਿਸ਼ਾਨੀਆਂ ਹੁੰਦੀਆਂ ਨੇ, ਤੋ ਉਹਨਾਂ ਨਿਸ਼ਾਨੀਆਂ ਦੇ ਨਾਲ ਉਹਨਾਂ ਮਤਾਂ ਦੀ ਜਿਹੜੀ ਭੇਖਾਂ ਦੀ ਪਹਿਚਾਣ ਹੁੰਦੀ ਹੈ। ਤੋ ਇਹਨਾਂ ਵੇਖਿਆ ਕਿ ਬੇਟਾ ਭਾਈ ਨੰਦ ਲਾਲ 12 ਸਾਲ ਦਾ ਹੋ ਚੁੱਕਾ ਹੈ, ਇਹਨੂੰ ਹੁਣ ਆਪਣਾ ਜਿਹੜਾ ਮਤ ਹੈ ਵੈਸ਼ਨਵ ਮਤ, ਉਹਦਾ ਧਾਰਨੀ ਬਣਾਉਣਾ ਚਾਹੀਦਾ। ਬਾਲਕ ਦੇ ਗਲ ਵਿੱਚ ਹੁਣ ਕੰਠੀ ਪਾ ਕੇ ਇਹਨੂੰ ਵੈਸ਼ਨਵ ਬਣਾਉਣਾ ਚਾਹੀਦਾ। ਲੱਕੜੀ ਦੀ ਇੱਕ ਕੰਠੀ ਪਾਉਂਦੇ ਨੇ। ਇਹ ਵਿਧਾਨ ਸਾਰਿਆਂ ਮਤਾਂ ਦੇ ਵਿੱਚ ਹੈ। ਇਸਲਾਮ ਧਰਮ ਦੇ ਵਿੱਚ ਵੀ ਬੱਚਾ ਜਦੋਂ ਕੁਝ ਉਮਰ ਦਾ ਹੋ ਜਾਂਦਾ, ਇੱਕ ਖਾਸ ਉਮਰ ਉਹਨਾਂ ਨੇ ਨਿਰਧਾਰਤ ਕੀਤੀ ਹੁੰਦੀ ਹੈ, ਉਹਦੇ ਵਿੱਚ ਉਸ ਬੱਚੇ ਦੀ ਸੁੰਨਤ ਕਰਕੇ ਉਹਨੂੰ ਮੁਸਲਮਾਨ ਬਣਾਉਂਦੇ ਨੇ। ਬਹੁਤ ਸਾਰੇ ਹਿੰਦੂ ਧਰਮ ਦੇ ਵੀਰਾਂ ਦੇ ਵਿੱਚ ਮੁੰਡਨ ਦੀ ਰੀਤ ਚੱਲਦੀ ਹੈ। ਉਹ ਬੱਚਿਆਂ ਦਾ ਮੁੰਡਨ ਕਰਾ ਕੇ ਉਹਨਾਂ ਨੂੰ ਆਪਣਾ ਜਿਹੜਾ ਧਰਮ ਹੈ ਉਹ ਧਾਰਨ ਕਰਾਉਂਦੇ ਹਨ। ਇਸੇ ਤਰ੍ਹਾਂ ਵਿਰਾਗੀਆਂ ਦੇ ਵਿੱਚ ਵੀ ਹੈ। ਵਿਰਾਗੀ ਵੀ ਜਿਹੜੇ ਨੇ ਜਿਹੜੇ ਆ ਵੈਸ਼ਨਵ ਨੇ, ਇਹ ਕੰਠੀ ਗਲ ਵਿੱਚ ਧਾਰਨ ਕਰਾਉਂਦੇ ਨੇ। ਬਹੁਤ ਸਾਰੇ ਗੁਰਸਿੱਖ ਵੀ ਇਸ ਤਰ੍ਹਾਂ ਗੁਰਸਿੱਖੀ ਆਪਣੇ ਬਾਲਕਾਂ ਨੂੰ ਧਾਰਨ ਕਰਾਉਣ ਵਾਸਤੇ ਬੱਚਿਆਂ ਦੇ ਦਸਤਾਰਬੰਦੀ ਦੇ ਸਮਾਗਮ ਗੁਰੂ ਕੀ ਹਜ਼ੂਰੀ ਵਿੱਚ ਰੱਖਦੇ ਨੇ। ਔਰ ਬੱਚੇ ਦੀ ਇੱਕ ਖਾਸ ਉਮਰ ਨਿਰਧਾਰਤ ਕਰ ਦੇਣੀ ਚਾਹੀਦੀ ਹੈ ਸਿੱਖਾਂ ਦੇ ਪਰਿਵਾਰਾਂ ਵਿੱਚ ਵੀ, ਕਿ ਜਿਸ ਉਮਰ ਵਿੱਚ ਬੱਚੇ ਨੂੰ ਖੰਡੇ ਦੀ ਪੌਲ ਛਕਾ ਕੇ ਸਿੰਘ ਸਜਾਇਆ ਜਾਵੇ। ਇਹ ਵਿਧਾਨ ਹੋ ਜਾਣਾ ਚਾਹੀਦਾ ਗੁਰਸਿੱਖਾਂ ਦੇ ਅੰਦਰ ਵੀ। ਖੈਰ, ਕਹਿੰਦੇ ਜਦੋਂ 12 ਸਾਲ ਦੀ ਉਮਰ ਹੋਈ ਭਾਈ ਨੰਦ ਲਾਲ ਜੀ ਦੀ, ਪਿਤਾ ਨੇ ਸੋਚਿਆ ਕਿ ਆਪਣੇ ਬੱਚੇ ਦੇ ਗਲ ਵਿੱਚ ਕੰਠੀ ਪਵਾ ਕੇ ਇਹਨੂੰ ਜਿਹੜਾ ਸਾਡਾ ਮਤ ਹੈ ਵੈਸ਼ਨਵ, ਉਹਦਾ ਧਾਰਨੀ ਕਰਾਈਏ। ਔਰ ਵਿਚਾਰ ਕੀਏ ਗੁਰੂ ਬੁਲਾਵਨ। ਆਪਣੇ ਹਿਰਦੇ 'ਚ ਵਿਚਾਰ ਕਰਕੇ ਭਾਈ ਛੱਜੂ ਰਾਮ ਜੀ ਨੇ, ਜੋ ਇਹਨਾਂ ਦੀ ਕੁੱਲ ਦੇ ਵੈਸ਼ਨੂਆਂ ਦੇ ਗੁਰੂ ਸਨ, ਉਸ ਗੁਰੂ ਨੂੰ ਇਹਨਾਂ ਨੇ ਆਪਣੇ ਘਰ ਵਿੱਚ ਸੱਦਿਆ। ਹਿਤੇ ਉਪਦੇਸ਼ ਬਿਠਾਇਓ ਪਾਸ। ਇਹਨਾਂ ਦੇ ਜਿਹੜੇ ਕੁੱਲ ਦੇ ਗੁਰੂ ਸਨ ਵੈਸ਼ਨਵ, ਉਹ ਆਏ। ਉਹਨਾਂ ਨੇ ਭਾਈ ਨੰਦ ਲਾਲ ਜੀ ਨੂੰ ਲਾਗੇ ਇੱਕ ਪੀੜੀ ਤੇ ਬਿਠਾ ਕੇ ਤਿਸ ਨੂੰ ਉਪਦੇਸ਼ ਦੇਣ ਵਾਸਤੇ ਸੰਬੋਧਨ ਹੋਣ ਲੱਗੇ। ਕਹਿ ਸੁਤ ਸੋ ਹਮ ਹੈ ਹਰ ਦਾਸ। ਉਸ ਵੇਲੇ ਭਾਈ ਛੱਜੂ ਰਾਮ ਜੀ, ਭਾਈ ਨੰਦ ਲਾਲ ਜੀ ਜੋ 12 ਕੁ ਸਾਲ ਦੀ ਉਮਰ ਸੀ ਉਦੋਂ, ਉਹਨਾਂ ਦੀ ਕਹਿਣ ਲੱਗੇ, ਬੇਟਾ ਨੰਦ ਲਾਲ, ਆਪਾਂ ਹਰੀ ਦਾਸ ਹਾਂ, ਯਾਨੀ ਕਿ ਵੈਸ਼ਨਵ ਮਤ ਦੇ ਧਾਰਨੀ ਹਾਂ। ਗੁਰੂ ਵੈਸ਼ਨੋ ਧਾਰਨ ਕਰੋ। ਔਰ ਅਸੀਂ ਵੈਸ਼ਨੋ ਗੁਰੂ ਜਿਹੜਾ ਉਹ ਧਾਰਨ ਕਰਦੇ ਆ। ਇਹ ਸਾਡੀ ਕੁੱਲ ਦੇ ਗੁਰੂ ਨੇ ਜੋ ਆਏ ਹਨ। ਇਸ ਆਗਿਆ ਕੇ ਨਿਤ ਅਨੁਸਰੋ। ਜੋ ਸਾਡੇ ਵੈਸ਼ਨਵਾਂ ਦੇ ਗੁਰੂ ਨੇ, ਅਸੀਂ ਉਹਨਾਂ ਦੀ ਆਗਿਆ ਦੇ ਅਨੁਸਾਰੀ ਹੋ ਕੇ ਚੱਲਦੇ ਆ। ਐਸਾ ਆਪਣਾ ਵਿਧਾਨ ਹੈ। ਕੰਠੀ ਆਪਣੇ ਕੰਠ ਬੰਧਾਵੋ। ਔਰ ਇਸ ਕਰਕੇ ਬੇਟਾ ਹੁਣ ਤੇਰੀ ਵੀ 12 ਸਾਲ ਦੀ ਉਮਰ ਹੋ ਚੁੱਕੀ ਹੈ, ਤੁਸੀਂ ਆਪਣੇ ਗਲ ਦੇ ਵਿੱਚ ਜੋ ਕੰਠੀ ਹੁੰਦੀ ਹੈ ਵੈਸ਼ਨਵ ਮਤ ਦੀ ਨਿਸ਼ਾਨੀ, ਉਹ ਕੰਠੀ ਆਪਣੇ ਕੰਠ ਵਿੱਚ ਗਲ 'ਚ ਧਾਰਨ ਕਰੋ। ਧਰਮ ਵੈਸ਼ਨੋ ਕੇ ਮੈਂ ਆਵੋ। ਔਰ ਕੰਠੀ ਗਲ 'ਚ ਧਾਰਨ ਕਰਕੇ ਜਿਹੜਾ ਆਪਣਾ ਵੈਸ਼ਨਵ ਮਤ ਦਾ ਧਰਮ ਹੈ, ਉਸ ਧਰਮ ਨੂੰ ਅੰਗੀਕਾਰ ਕਰੋ, ਗ੍ਰਹਿਣ ਕਰੋ। ਕਿਮ ਕਹਿ ਲਿਓ ਬੁਲਾਏ ਬੈਰਾਗੀ। ਏਦਾਂ ਭਾਈ ਨੰਦ ਲਾਲ ਜੀ ਨੂੰ ਸਮਝਾ ਕੇ ਪਿਤਾ ਛੱਜੂ ਰਾਮ ਜੀ ਨੇ ਆਪਣੀ ਕੁੱਲ ਦੇ ਜਿਹੜੇ ਆਚਾਰਿਆ ਸਨ, ਇਹਨਾਂ ਦੀ ਕੁੱਲ ਦੇ ਜਿਹੜੇ ਵੈਸ਼ਨਵ ਗੁਰੂ ਸਨ,
ਉਹਨਾਂ ਨੂੰ ਆਪਣੇ ਘਰ ਵਿੱਚ ਬੁਲਾ ਕੇ ਇੱਕ ਪ੍ਰੋਗਰਾਮ ਸਮਾਗਮ ਰੱਖ ਲਿਆ ਕਿ ਅਸੀਂ ਆਪਣੇ ਬੱਚੇ ਨੂੰ ਜਿਹੜਾ ਵੈਸ਼ਨਵ ਮਤ ਹੈ ਇਹ ਧਾਰਨ ਕਰਵਾਉਣਾ ਹੈ। ਨੰਦ ਲਾਲ ਹੋਇਓ ਨਾ ਅਨੁਰਾਗੀ। ਜਦੋਂ ਇਹਨਾਂ ਦਾ ਵੈਸ਼ਨਵ ਗੁਰੂ ਆ ਕੇ ਭਾਈ ਨੰਦ ਲਾਲ ਜੀ ਨੂੰ ਗਲ 'ਚ ਕੰਠੀ ਪਾਉਣ ਲੱਗਾ ਤੇ ਭਾਈ ਨੰਦ ਲਾਲ ਜੀ ਨੇ ਅੱਗੋਂ ਇਨਕਾਰ ਕਰ ਦਿੱਤਾ। ਬੜੀ ਤੀਖਣ ਬੁੱਧੀ ਸਨ ਦੀਵਾਨ ਭਾਈ ਨੰਦ ਲਾਲ ਜੀ। ਨਾਲੇ ਪਤਾ ਨਹੀਂ ਕਿੰਨੇ ਪੂਰਬਲੇ ਜਨਮਾਂ ਦੀ ਭਗਤੀ ਸੀ ਜਿਹੜਾ ਕਲਗੀਧਰ ਜੀ ਦੇ ਦਰਬਾਰ ਦਾ ਕਵੀ ਹੋਣ ਦਾ ਮਾਣ ਇਹਨਾਂ ਨੂੰ ਪ੍ਰਾਪਤ ਹੋਇਆ ਹੈ। ਜਦੋਂ ਇਹਨਾਂ ਦੇ ਕੁਲ ਦਾ ਵੈਰਾਗੀ ਜਿਹੜਾ ਵੈਸ਼ਨਵ ਗੁਰੂ ਸੀ ਉਹ ਕੰਠੀ ਪਾਉਣ ਲੱਗਾ ਤਾਂ ਭਾਈ ਸਾਹਿਬ ਜੀ ਨੇ ਅੱਗੋਂ ਇਨਕਾਰ ਕਰ ਦਿੱਤਾ। ਆਖਿਆ ਇਹ ਕੰਠੀ ਮੈਂ ਆਪਣੇ ਕੰਠ ਵਿੱਚ ਨਹੀਂ ਧਾਰਨ ਕਰਨੀ। ਗੁਰ ਨੇ ਪੰਨਿਓ ਧਰਮ ਕੋ ਧਾਰ। ਮੈਂ ਇਹ ਜਿਹੜਾ ਵੈਸ਼ਨਵ ਧਰਮ ਹੈ ਜਾਂ ਇਹ ਵੈਸ਼ਨਵ ਮਤ ਹੈ ਮੈਂ ਇਹਦਾ ਧਾਰਨੀ ਨਹੀਂ ਹੋਣਾ। ਮੈਂ ਇਹਦੇ ਤੋਂ ਸੰਤੁਸ਼ਟ ਨਹੀਂ ਹਾਂ। ਮੇਰੇ ਮਨ ਦੀ ਜਿਹੜੀ ਖਾਤਰ ਜਮਾ ਤਸੱਲੀ ਹੈ ਉਹ ਇਸ ਮਤ ਦੇ ਵਿੱਚੋਂ ਨਹੀਂ ਹੁੰਦੀ। ਕੰਠੀ ਪਾਵੋ ਕੰਠ ਮਝਾਰ। ਕਹਿਣ ਲੱਗੇ ਕਿ ਬੇਟਾ ਇਹ ਤਾਂ ਕੰਠੀ ਹੈ, ਵੈਸ਼ਨਵ ਮਤ ਦੀ ਨਿਸ਼ਾਨੀ ਹੈ, ਇਹ ਤਾਂ ਗਲ ਦੇ ਵਿੱਚ ਧਾਰਨ ਕਰੀਦੀ ਹੈ। ਨੰਦ ਲਾਲ ਕਰ ਜੋਰ ਬਖਾਨਾ। ਭਾਈ ਨੰਦ ਲਾਲ ਜੀ ਨੇ ਅੱਗੋਂ ਹੱਥ ਜੋੜ ਕੇ ਬੇਨਤੀ ਕੀਤੀ। ਕਹਿਣ ਲੱਗੇ ਇਸ ਕੰਠੀ ਤੇ ਆਨੰਦ ਨ ਜਾਣਾ। ਕਹਿਣ ਲੱਗੇ ਇਹ ਕੰਠੀ ਗਲ ਵਿੱਚ ਪਾ ਲੋ ਕਿ ਹਿਰਦੇ ਦਾ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ। ਕਹਿੰਦੇ ਜੀ ਨਹੀਂ। ਕਹਿੰਦੇ ਫਿਰ ਮੈਂ ਐਸੀ ਕੰਠੀ ਨਹੀਂ ਪਾਉਣੀ ਜਿਸ ਕੰਠੀ ਨੂੰ ਪਹਿਨ ਕੇ ਮੇਰਾ ਹਿਰਦਾ ਆਨੰਦਿਤ ਨਾ ਹੋਵੇ। ਬਾਣੀ ਸੁੰਦਰ ਕੰਠੀ ਜੋਏ। ਕਹਿੰਦੇ ਮੈਂ ਤਾਂ ਆਪਣੇ ਗਲ ਵਿੱਚ ਪਰਮੇਸ਼ਰ ਦੀ ਜਿਹੜੀ ਕੀਰਤੀ ਦੀ ਬਾਣੀ ਹੈ, ਕੀਰਤੀ ਦੀ ਜਿਹੜੀ ਬਾਣੀ ਰੂਪੀ ਕੰਠੀ ਆ ਉਹ ਆਪਣੇ ਗਲ 'ਚ ਪਾਉਣੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹਦੇ ਵਿੱਚ ਨਿਰੰਕਾਰ ਦੀ ਕੀਰਤੀ ਹੋਵੇ ਉਹ ਬਾਣੀ, ਉਸ ਬਾਣੀ ਦੀ ਕੰਠੀ ਮੈਂ ਆਪਣੇ ਗਲ ਵਿੱਚ ਪਾਉਣੀ ਆ। ਜਿਹੜੀ ਲੱਕੜੀ ਦੀ ਕੰਠੀ ਆ ਮੈਂ ਇਹ ਨਹੀਂ ਪਾਉਣੀ। ਤੇ ਵੇਖੋ ਭਾਈ ਸਾਹਿਬ ਦੇ ਕੰਠ ਦੇ ਵਿੱਚ ਵਾਕਈ ਉਹ ਬਾਣੀ ਰੂਪੀ ਕੰਠੀ ਸੀ। ਇਤਨੀ ਮਿੱਠੀ ਤੇ ਪਿਆਰੀ ਬਾਣੀ ਜਦੋਂ ਉਚਾਰਨ ਕਰਦੇ ਨੇ ਹਰ ਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਕਿਤਨੇ ਪਿਆਰੇ ਬਚਨ, ਮਿੱਠੇ ਬਚਨ ਭਾਈ ਸਾਹਿਬ ਆਪਣੀ ਰਸਨਾ ਤੋਂ ਉਚਾਰਦੇ ਨੇ। ਕਹਿੰਦੇ ਆਪਣੇ ਉਸ ਕੁਲ ਗੁਰੂ ਨੂੰ ਕਹਿੰਦੇ ਵੈਸ਼ਨਵ ਜੀ ਮੈਂ ਆਪਣੇ ਗਲ ਵਿੱਚ ਨਿਰੰਕਾਰ ਪਰਮੇਸ਼ਰ ਦੀ ਬਾਣੀ ਦੀ ਕੰਠੀ ਧਾਰਨ ਕਰਨੀ ਹੈ। ਮੋਰ ਗਰੇ ਪੈਰਾਵੋ ਸੋਏ। ਜੇ ਤੁਹਾਡੇ ਕੋਲ ਪਰਮੇਸ਼ਰ ਦੀ ਬਾਣੀ ਦੀ ਕੰਠੀ ਹੈ ਤਾਂ ਉਹ ਮੇਰੇ ਗਲ ਵਿੱਚ ਪਾ ਦਿਓ। ਆ ਲੱਕੜੀ ਦੀ ਕੰਠੀ ਮੈਂ ਆਪਣੇ ਗਲ ਵਿੱਚ ਨਹੀਂ ਪਾਉਣੀ। ਗੁਰ ਪਰਮੇਸ਼ਵਰ ਜਸ ਜਿਸ ਮਾਈ। ਐਸੀ ਬਾਣੀ ਦੀ ਕੰਠੀ ਮੇਰੇ ਗਲ 'ਚ ਪਾਓ ਜਿਸ ਦੇ ਵਿੱਚ ਨਿਰੰਕਾਰ ਦਾ, ਗੁਰੂ ਦਾ, ਪਰਮੇਸ਼ਰ ਦਾ ਜਸ ਹੋਵੇ। ਵਰਣਨ ਕਰਤੇ ਤ੍ਰਿਪਤੋ ਨਾਈ। ਔਰ ਪਰਮੇਸ਼ਰ ਦੀ ਕੀਰਤੀ ਕਰਦਿਆਂ, ਵਾਹਿਗੁਰੂ ਦੀ ਉਪਮਾ ਵਰਣਨ ਕਰਦਿਆਂ ਹੋਇਆਂ ਮੈਂ ਤ੍ਰਿਪਤ ਨਾ ਹੋਵਾਂ, ਰੱਜਾਂ ਨਾ। ਸਦਾ ਕੰਠ ਮੈਂ ਸੁੰਦਰ ਸੋਐ। ਸਦਾ ਆਪਣੇ ਕੰਠ ਵਿੱਚ, ਆਪਣੇ ਗਲ ਦੇ ਵਿੱਚ ਉਸ ਨੂੰ ਧਾਰਨ ਕਰਾਂ ਤੇ ਉਹੀ ਮੇਰੇ ਗਲ 'ਚ ਸ਼ੋਭਨੀਕ ਹੋਵੇ। ਪਠਨ ਸੁਨਨ ਤੇ ਜਨ ਮਨ ਮੋਹੈ। ਜਿਸ ਨੂੰ ਪੜ੍ਹ ਕੇ ਸੁਣ ਕੇ ਜਨਾਂ ਦਾ ਮਨ ਮੋਹਿਤ ਹੋ ਜਾਵੇ ਐਸੀ ਬਾਣੀ ਦੀ ਕੰਠੀ ਮੇਰੇ ਕੰਠ ਵਿੱਚ ਪਾਓ। ਬਰਖ ਹਜ਼ਾरों ਬਰਦਤ ਰਹੇ। ਔਰ ਉਹ ਹਜ਼ਾਰਾਂ ਸਾਲਾਂ ਤੱਕ ਸੰਸਾਰ ਦੇ ਵਿੱਚ ਰਹੇ। ਹਜ਼ਾਰਾਂ ਸਾਲਾਂ ਤੱਕ ਸੰਸਾਰ ਦੇ ਵਿੱਚ ਲੋਕਾਂ ਦੇ ਦਿਲਾਂ ਨੂੰ ਠਾਰਦੀ ਰਹੇ। ਇਹੋ ਜੀ ਬਾਣੀ ਦੀ ਕੰਠੀ ਮੇਰੇ ਗਲ ਵਿੱਚ ਪਾਓ ਜੇ ਹੈ ਤੁਹਾਡੇ ਪਾਸ। ਜਿਹੜੀ ਹਜ਼ਾਰਾਂ ਵਰ੍ਹਿਆਂ ਤੱਕ ਸੰਸਾਰ ਦੇ ਵਿੱਚ ਜੀਵਾਂ ਦੇ ਹਿਰਦਿਆਂ ਨੂੰ ਠਾਰੇ, ਜੀਵਾਂ ਦੇ ਤਪਦੇ ਹਿਰਦਿਆਂ ਨੂੰ ਸ਼ਾਂਤ ਕਰੇ। ਜਗ ਮੈਂ ਜਸ ਆਗੇ ਗਤ ਲਏ। ਔਰ ਸੰਸਾਰ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਵੀ ਜਿਹੜੇ ਲੋਕ ਉਸ ਕੰਠੀ ਨੂੰ ਧਾਰਨ ਕਰਨ ਉਹਨਾਂ ਦੀ ਮੁਕਤੀ ਹੋਵੇ, ਉਹਨਾਂ ਦੀ ਮੋਕਸ਼ ਹੋਵੇ। ਨਿਤ ਤਾਰੀਫ ਗੁਰੂ ਕੀ ਕਰੋ। ਇਹੋ ਜੀ ਕੰਠੀ ਪਾਓ ਮੇਰੇ ਗਲ ਵਿੱਚ ਜਿਹਨੂੰ ਪਹਿਨ ਕੇ ਮੈਂ ਨਿਤ ਆਪਣੇ ਗੁਰੂ ਦੀਆਂ ਤਾਰੀਫਾਂ ਕਰਾਂ।
ਨਿਤ ਆਪਣੇ ਗੁਰੂ ਦਾ ਜਸ ਆਪਣੇ ਗੁਰੂ ਦੀ ਉਪਮਾ ਕਰਾ। ਪਾਵਨ ਪਰਮੇਸ਼ਵਰ ਜਸ ਰਰੋ ਔਰ ਪਾਵਨ ਪਾਰ ਬ੍ਰਹਮ ਪਰਮੇਸ਼ਰ ਦਾ ਜਸ ਲਗਾਤਾਰ ਨਿਰੰਤਰ ਅਠੇ ਪੈਰ ਗਾਇਨ ਕਰਾਂ। ਸੁਨਤ ਬੈਸਨੋ ਭਇਓ ਪ੍ਰਸੰਨ। ਜਦੋਂ ਵੈਸ਼ਨਵ ਗੁਰੂ ਸੀ, ਉਹ ਵੀ ਕੋਈ ਚੰਗਾ ਸਾਧਕ ਸੀ, ਉਹਨੇ ਸੁਣਿਆ ਕਿ ਬਾਲਕ ਕੋਈ ਸਧਾਰਨ ਬਾਲਕ ਨਹੀਂ ਹੈ। ਜਿਹੜੀ ਕੰਠੀ ਇਹ ਮੰਗ ਰਿਹਾ ਹੈ ਤਾਂ ਵਾਕਈ ਬੜੀ ਸ੍ਰੇਸ਼ਟ ਕੰਠੀ ਹੈ। ਉਸਨੇ ਜਾਣ ਲਿਆ ਕਿ ਭਾਈ ਨੰਦ ਲਾਲ ਜੀ ਕੋਈ ਪੂਰਵਲੇ ਜਨਮਾਂ ਦੇ ਚੰਗੇ ਸਾਧਕ ਪੁਰਸ਼ ਹਨ। ਸੁਤੇ ਸਿੱਧ ਬਾਲਕ ਏ ਧਨ। ਸੁਤੇ ਸਿੱਧ ਸੁਭਾਵਕ ਇਹ ਬਾਲਕ ਧਨਤਾ ਯੋਗ ਹੈ। ਅਸ ਕੰਠੀ ਮਮ ਨਿਕਟ ਨ ਆਏ। ਕਹਿਣ ਲੱਗੇ ਬੇਟਾ ਨੰਦ ਲਾਲ, ਜਿਹੋ ਜੀ ਕੰਠੀ ਤੁਸੀਂ ਮੇਰੇ ਕੋਲੋਂ ਮੰਗ ਰਹੇ ਹੋ, ਐਸੀ ਕੰਠੀ ਮੇਰੇ ਕੋਲ ਨਹੀਂ ਹੈ। ਐਸੀ ਕੰਠੀ ਮੇਰੇ ਕੋਲ ਨਹੀਂ ਜੋ ਮੈਂ ਤੁਹਾਡੇ ਕੰਠ ਵਿੱਚ ਗਲ ਵਿੱਚ ਪਾ ਸਕਾਂ। ਜਿਸ ਟਿਗੋਏ ਤਿਸੀ ਤੇ ਲਹੇ। ਇਹ ਬਾਣੀ ਰੂਪੀ ਕੰਠੀ ਜਿਸ ਕੋਲ ਹੈ, ਸਮਾਂ ਪਾ ਕੇ ਤੁਸੀਂ ਆਪੇ ਉਹਨਾਂ ਕੋਲ ਚਲੇ ਜਾਣਾ ਤੇ ਜਿਹਨਾਂ ਕੋਲ ਹੈ ਉਹਨਾਂ ਕੋਲੋਂ ਤੁਸੀਂ ਪ੍ਰਾਪਤ ਕਰ ਲੈਣੀ। ਇਹ ਬਾਣੀ ਰੂਪੀ ਕੰਠੀ ਜਿਨ੍ਹਾਂ ਕੋਲ ਹੈ, ਯਾਨੀ ਕਿ ਕਲਗੀਧਰ ਜੀ ਕੋਲ ਹੈ, ਜਿਨ੍ਹਾਂ ਕੋਲ ਹੈ ਉਹਨਾਂ ਕੋਲੋਂ ਤੈਨੂੰ ਸੁਤੇ ਸਿੱਧ ਪ੍ਰਾਪਤ ਹੋ ਜਾਣੀ ਹੈ। ਸੁਮਤਵੰਤ ਏ ਬਾਲਕ ਹੋਵੇ। ਕਹਿਣ ਲੱਗੇ ਛੱਜੂ ਰਾਮ, ਤੇਰਾ ਇਹ ਬਾਲਕ ਬੜਾ ਸੁਮਤਵਾਨ ਹੈ, ਇਹ ਬੜਾ ਬੁੱਧੀਮਾਨ ਤੀਖਣ ਬੁੱਧੀ ਵਾਲਾ ਬਾਲਕ ਹੋਵੇਗਾ। ਹਿਰਦੇ ਹਰ ਹਰ ਨਾਮ ਪਰੋਵੈ। ਇਹ ਆਪਣੇ ਹਿਰਦੇ ਵਿੱਚ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਪਰੋਵੇਗਾ। ਇਮ ਵਿਚਾਰ ਕਰ ਕਛੂ ਨ ਕਹਿਓ। ਏਦਾਂ ਦੀ ਵਿਚਾਰ ਕਰਕੇ ਉਸ ਵਕਤ ਜਿਹੜਾ ਇਹਨਾਂ ਦਾ ਕੁਲ ਗੁਰੂ ਸੀ, ਉਸਨੇ ਹੋਰ ਕੁਝ ਨਹੀਂ ਕਿਹਾ। ਨਿਜ ਅਸਥਾਨ ਜਾਏ ਥਿਤ ਲਇਓ। ਉਹ ਇੱਥੋਂ ਚਲੇ ਗਏ, ਉਹਨਾਂ ਨੇ ਜ਼ਬਰਦਸਤੀ ਨਹੀਂ ਕੀਤੀ ਵੀ ਜਬਰੀ ਤੇਰੇ ਗਲ 'ਚ ਕੰਠੀ ਪਾਉਣੀ ਹੈ। ਸਮਝ ਗਏ ਸਨ ਕਿ ਬਾਲਕ ਇਹ ਬੱਚਾ ਕੋਈ ਸਧਾਰਨ ਬਾਲਕ ਨਹੀਂ ਹੈ। ਉੱਥੋਂ ਉੱਠੇ ਤੇ ਇਹਨਾਂ ਦੇ ਕੁਲ ਗੁਰੂ ਜੀ ਜਿੱਥੇ ਉਹਨਾਂ ਦਾ ਟਿਕਾਣਾ ਸੀ ਚਲੇ ਗਏ। ਨੰਦ ਲਾਲ ਕੋ ਪਿਤਾ ਵਿਚਾਰਤ। ਭਾਈ ਨੰਦ ਲਾਲ ਜੀ ਦੇ ਪਿਤਾ ਭਾਈ ਛੱਜੂ ਰਾਮ ਜੀ ਇਸ ਗੱਲ ਦੀ ਵਿਚਾਰ ਕਰਨ ਲੱਗੇ। ਗੁਰੂ ਬੈਸਨੋ ਕਿਛ ਰਿਸ ਧਾਰਤ। ਉਹਨਾਂ ਸੋਚਿਆ ਕਿ ਜਾਪਦਾ ਜਿਹੜਾ ਸਾਡਾ ਕੁਲ ਗੁਰੂ ਹੈ ਰੁੱਸ ਕੇ ਚਲਾ ਗਿਆ, ਵੀ ਬਿਨਾਂ ਬੋਲਿਆਂ ਚਲੇ ਗਏ ਨੇ, ਵੀ ਸ਼ਾਇਦ ਉਹ ਸਾਡੇ ਨਾਲੋਂ ਨਾਰਾਜ਼ ਹੋ ਕੇ ਚਲੇ ਗਏ ਨੇ ਜਾਂ ਗੁੱਸੇ ਹੋ ਕੇ ਚਲੇ ਗਏ ਨੇ। ਨਾ ਇਨ ਸੁਤ ਕੋ ਕੰਠੀ ਦਈ। ਉਹਨਾਂ ਨੇ ਮੇਰੇ ਪੁੱਤਰ ਦੇ ਗਲ ਵਿੱਚ ਕੰਠੀ ਨਹੀਂ ਪਾਈ। ਉਠ ਗਮਨਿਓ ਕਰ ਕਿਆ ਗਤ ਪਈ। ਪਤਾ ਨਹੀਂ ਐਸਾ ਕੀ ਹੋਇਆ ਕਿ ਉੱਠ ਕੇ ਚਲੇ ਗਏ ਨੇ। ਗਇਓ ਸਮੀਪ ਜਾਏ ਤਰ ਬੈਸਾ। ਭਾਈ ਛੱਜੂ ਰਾਮ ਜੀ ਆਪਣੇ ਉਸੇ ਗੁਰੂ ਦੇ ਕੋਲ, ਜਿਹੜਾ ਵੈਸ਼ਨੂ ਗੁਰੂ ਸੀ, ਉਹਦੇ ਕੋਲ ਜਾ ਕੇ ਬੈਠ ਗਏ। ਹੱਥ ਜੋੜ ਬੋਲਾ ਬਚ ਐਸਾ। ਹੱਥ ਜੋੜ ਕੇ ਭਾਈ ਛੱਜੂ ਰਾਮ ਜੀ ਬੋਲੇ, ਕਹਿਣ ਲੱਗੇ ਕਰੋ ਕਿਰਪਾ ਕੰਠੀ ਘਰ ਪਾਵੋ। ਕਹਿਣ ਲੱਗੇ ਹੇ ਗੁਰੂ ਜੀ, ਤੁਸੀਂ ਅਚਾਨਕ ਉੱਠ ਕੇ ਆ ਗਏ ਹੋ, ਮੇਰੇ ਬੇਟੇ ਨੰਦ ਲਾਲ ਦੇ ਗਲ ਦੇ ਵਿੱਚ ਤੁਸੀਂ ਕਿਰਪਾ ਕਰਕੇ ਕੰਠੀ ਪਾ ਦਿਓ ਤਾਂ ਜੋ ਉਹ ਵੀ ਵੈਸ਼ਨਵ ਮਤ ਦਾ ਧਾਰਨੀ ਹੋ ਜਾਵੇ। ਨੰਦ ਲਾਲ ਕੋ ਸਿੱਖ ਬਣਾਵੋ। ਭਾਈ ਨੰਦ ਲਾਲ ਨੂੰ ਵੀ ਤੁਸੀਂ ਆਪਣਾ ਸੇਵਕ ਬਣਾ ਲਵੋ। ਸੁਨਤ ਵੈਰਾਗੀ ਕਯੋ ਸੁਨਾਏ। ਉਹ ਜਿਹੜਾ ਵੈਸ਼ਨਵ ਵੈਰਾਗੀ ਸੀ ਉਹ ਸੁਣ ਕੇ ਬੋਲਿਆ, ਕਹਿਣ ਲੱਗਾ ਇਹੋ ਜਗਿਆਸੀ ਸੈ ਸੁਭਾਏ। ਕਹਿਣ ਲੱਗੇ ਛੱਜੂ ਰਾਮ, ਤੇਰਾ ਇਹ ਬਾਲਕ ਭਾਈ ਨੰਦ ਲਾਲ ਸਹਿਜ ਸੁਭਾਇਕ ਸੁਤੇ ਸਿੱਧ ਜਗਿਆਸੂ ਹੈ। ਜਬ ਹੋਵੇ ਜੈ ਕੋ ਅਧਿਕਾਰੀ। ਇਹ ਜਦੋਂ ਜਿਸ ਥਾਂ ਦਾ ਜਿੱਥੋਂ ਦਾ ਅਧਿਕਾਰੀ ਹੋਵੇਗਾ, ਬਨੇ ਸਿੱਖ ਇਹ ਚਿੰਤ ਵਿਸਾਰੀ। ਇਹ ਆਪੇ ਉਹਦਾ ਸਿੱਖ ਹੋ ਜਾਏਗਾ ਜਿਸ ਦਾ ਇਹਨੇ ਸਿੱਖ ਬਣਨਾ, ਜਿਸ ਲਈ ਇਹਦਾ ਜਨਮ ਹੋਇਆ, ਜਿਸ ਦਾ ਸਿੱਖ ਬਣਨ ਲਈ। ਤੇ ਜਦੋਂ ਸਮਾਂ ਆਵੇਗਾ ਇਹਨਾਂ ਨੇ ਆਪ ਹੀ ਉਹਨਾਂ ਦਾ ਜਾ ਕੇ ਸੇਵਕ ਤੇ ਸਿੱਖ ਹੋ ਜਾਣਾ। ਭੂਸ਼ਣ ਪਿਤ ਤਿਸ ਕੋ ਪਇਓ। ਆਪਣੇ ਕੁਲ ਗੁਰੂ ਦੀ ਇਹ ਗੱਲ ਸੁਣ ਕੇ
ਭਾਈ ਛੱਜੂ ਰਾਮ ਜੀ ਉਸ ਵਕਤ ਚੁੱਪ ਕਰ ਗਏ। ਭਲੀ ਬੁਰੀ ਕੁਛ ਲਖਤ ਨ ਪਇਓ। ਉਹਨਾਂ ਨੂੰ ਕਿਸੇ ਭਲੇ ਬੁਰੇ ਦਾ ਕੁਝ ਨਹੀਂ ਪਤਾ ਲੱਗਾ ਵੀ ਇਹ ਕੀ ਗੱਲਾਂ ਹੋ ਰਹੀਆਂ ਨੇ, ਕੀ ਬਚਨ ਹੋ ਰਹੇ ਨੇ। ਨੰਦ ਲਾਲ ਨਿਤ ਮਕਤਬ ਜਾਏ। ਇਧਰ ਦੀਵਾਨ ਭਾਈ ਨੰਦ ਲਾਲ ਜੀ ਨੂੰ ਇੱਕ ਚੰਗੇ ਮਕਤਬ ਦੇ ਵਿੱਚ, ਜਿੱਥੇ ਅਰਬੀ ਫਾਰਸੀ ਦੀ ਵਿੱਦਿਆ ਪੜ੍ਹਾਈ ਜਾਂਦੀ ਹੈ ਵੱਡੇ ਵੱਡੇ ਮੌਲਵੀਆਂ ਵੱਲੋਂ, ਕਿਉਂਕਿ ਭਾਈ ਛੱਜੂ ਰਾਮ ਜੀ ਚੰਗੇ ਉੱਚੇ ਰੁਤਬੇ ਦੇ ਮੀਰ ਮੁਨਸ਼ੀ ਸਨ, ਤੇ ਉਸ ਹਿਸਾਬ ਦੇ ਨਾਲ ਜਿਹੜਾ ਚੰਗਾ ਉਸ ਵੇਲੇ ਮੌਲਵੀਆਂ ਦਾ ਮਕਤਬ ਸੀ ਉਹਦੇ ਵਿੱਚ ਭਾਈ ਨੰਦ ਲਾਲ ਜੀ ਨੂੰ ਪੜ੍ਹਨ ਵਾਸਤੇ ਪਾਇਆ ਗਿਆ। ਇਲਮ ਫਾਰਸੀ ਪੜ੍ਹੇ ਬਨਾਏ। ਫਾਰਸੀ ਦੇ ਚੰਗੇ ਇਲਮ ਨੂੰ ਭਾਈ ਨੰਦ ਲਾਲ ਜੀ ਪੜ੍ਹਦੇ ਨੇ ਬਣਾ ਕੇ। ਤੀਛਨ ਬੁੱਧ ਪੁਨੇ ਅਭਿਆਸੇ। ਬਹੁਤ ਜ਼ਿਆਦਾ ਤੀਖਣ ਬੁੱਧੀ ਹੈ ਭਾਈ ਨੰਦ ਲਾਲ ਸਾਹਿਬ ਦੀ, ਔਰ ਜੋ ਪੜ੍ਹਾਉਂਦਾ ਮੌਲਵੀ ਸਬਕ ਦਿੰਦਾ ਹੈ ਉਹਨੂੰ ਮਿੰਟਾਂ ਸਕਿੰਟਾਂ ਵਿੱਚ ਹੀ ਭਾਈ ਸਾਹਿਬ ਜੀ ਚੇਤੇ ਕਰ ਲੈਂਦੇ। ਇੰਨਾ ਜ਼ਿਆਦਾ ਤੀਖਣ ਦਿਮਾਗ ਹੈ ਭਾਈ ਨੰਦ ਲਾਲ ਜੀ ਦਾ। ਨਿਤ ਪ੍ਰਤ ਵਿਦਿਆ ਬਹੁਤ ਪ੍ਰਕਾਸ਼ੇ। ਨਿਤ ਪ੍ਰਤੀ ਰੋਜ਼ ਬਹੁਤ ਸਾਰੀ ਭਾਰੀ ਵਿਦਿਆ ਦਾ ਪ੍ਰਕਾਸ਼ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਹਿਰਦੇ ਵਿੱਚ ਹੁੰਦਾ ਹੈ। ਬ੍ਰਿੰਦ ਕਿਤਾਬਨ ਕੋ ਪੜ ਗਏ ਓ। ਜੋ ਫਾਰਸੀ ਵਿੱਚ ਅਰਬੀ ਵਿੱਚ ਲਿਖੀਆਂ ਹੋਈਆਂ ਬਹੁਤ ਸਾਰੇ ਇਲਮ ਇਲਾਮ ਦੀਆਂ ਪੁਸਤਕਾਂ ਸਨ, ਭਾਈ ਸਾਹਿਬ ਜੀ ਦਿਨਾਂ ਵਿੱਚ ਹੀ ਪੜ੍ਹ ਗਏ। ਬਹੁਤ ਸਾਰਾ ਭਾਰੀ ਗਿਆਨ ਭਾਈ ਨੰਦ ਲਾਲ ਜੀ ਨੇ ਛੋਟੀ ਉਮਰ ਦੇ ਵਿੱਚ ਹੀ ਹਾਸਲ ਕਰ ਲਿਆ। ਇਲਮ ਬਿਠੇ ਕਾਮਲ ਬੋ ਪਇਓ। ਔਰ ਅਰਬੀ ਫਾਰਸੀ ਦੀ ਇਸ ਵਿਦਿਆ ਦੇ ਇਲਮ ਵਿੱਚ ਭਾਈ ਨੰਦ ਲਾਲ ਜੀ ਮਹਾਨ ਆਲਮ ਪੁਰਸ਼ ਹੋ ਕੇ ਜਗਤ ਵਿੱਚ ਪ੍ਰਸਿੱਧ ਹੋਏ। ਸਭਾ ਚਤਰ ਕੈ ਬੇਸ਼ੁਭ ਬਾਤ। ਜਦੋਂ ਵਿਦਵਾਨਾਂ ਦੀ ਮਜਲਿਸ ਹੁੰਦੀ ਹੈ, ਵਿਦਵਾਨਾਂ ਦੀ ਸਭਾ ਹੁੰਦੀ ਹੈ ਵਿਦਵਤ ਲੋਕਾਂ ਦੀ, ਤਾਂ ਉਸ ਵਿੱਚ ਭਾਈ ਸਾਹਿਬ ਭਾਈ ਨੰਦ ਲਾਲ ਜੀ ਬੜੇ ਸੋਹਣੇ ਢੰਗ ਨਾਲ ਗੱਲਬਾਤ ਕਰਦੇ ਨੇ। ਵਿਦਵਾਨਾਂ ਦੀ ਸਭਾ ਦੇ ਵਿੱਚ ਜਾ ਕੇ ਸਭਾ ਜਿੱਤ ਹੋ ਗਏ ਨੇ। ਚੰਗੇ ਚੰਗੇ ਵਿਦਵਾਨ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀਆਂ ਗੱਲਾਂ ਤੋਂ, ਉਹਨਾਂ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਭਾਈ ਸਾਹਿਬ ਨੂੰ ਸੀਸ ਝੁਕਾਉਂਦੇ ਹਨ। ਅਧਿਕ ਬਦਤ ਸਭ ਮੈਂ ਬਖਿਆਤ। ਇਦਾਂ ਹੀ ਵਿਦਿਆ ਦਾ, ਕਿਉਂਕਿ ਵਿਦਵਾਨਾਂ ਦੇ ਵਿੱਚ ਜਿਵੇਂ ਜਿਵੇਂ ਭਾਈ ਸਾਹਿਬ, ਕਿਉਂਕਿ ਵਿਦਿਆ ਦੇ ਨਾਲ ਜਿਸ ਕੋਲ ਵਿਦਿਆ ਹੈ ਉਹ ਜ਼ਾਹਰ ਹੋ ਜਾਂਦਾ ਜਗਤ ਵਿੱਚ। ਭਾਈ ਸਾਹਿਬ ਭਾਈ ਨੰਦ ਲਾਲ ਜੀ ਵੀ ਸਾਰੇ ਜਗਤ ਦੇ ਵਿੱਚ ਪ੍ਰਸਿੱਧ ਹੋਣ ਲੱਗੇ। ਖਾਸ ਕਰਕੇ ਇਸਲਾਮ ਧਰਮ ਦੇ ਵਿੱਚ ਵੀ ਇੰਨੇ ਪ੍ਰਸਿੱਧ ਹੋਏ ਕਿ ਚੰਗੇ ਤੋਂ ਚੰਗਾ ਮੌਲਵੀ ਵੀ ਕੁਰਾਨ ਦੇ ਅਰਥ ਉਹਨੇ ਸਹੀ ਢੰਗ ਨਾਲ ਨਹੀਂ ਸੀ ਕਰ ਸਕਦਾ। ਜੈਸੀ ਵਿਆਖਿਆ ਜੈਸੇ ਅਰਥ ਦੀਵਾਨ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਰਿਆ ਕਰਦੇ ਸਨ। ਇਹੋ ਜਿਹੇ ਮਹਾਨ ਮਾਰਤੰਡ ਵਿਦਵਾਨ ਵਜੋਂ ਭਾਈ ਸਾਹਿਬ ਜਗਤ ਦੇ ਵਿੱਚ ਪ੍ਰਸਿੱਧ ਹੋਣ ਲੱਗੇ। ਉਹ ਤੋਂ ਬਹਾਦਰ ਸ਼ਾਹ ਸਹਿਜਾਦਾ। ਸਹਿਜਾਦਾ ਮੁਅੱਜ਼ਮ, ਜਿਹਨੂੰ ਬਾਅਦ ਵਿੱਚ ਬਹਾਦਰ ਸ਼ਾਹ ਦਾ ਲਕਬ ਪ੍ਰਾਪਤ ਹੋਇਆ, ਔਰੰਗਜ਼ੇਬ ਦਾ ਇਹ ਪੁੱਤਰ ਸੀ। ਕਲਗੀਧਰ ਜੀ ਦਾ ਸੇਵਕ ਰਿਹਾ, 10ਵੇਂ ਪਾਤਸ਼ਾਹ ਨੇ ਇਹਨੂੰ ਰਾਜ ਬਖਸ਼ਿਆ ਸੀ। ਬਹਾਦਰ ਸ਼ਾਹ ਜੋ ਉਸ ਵੇਲੇ ਸਹਿਜਾਦਾ ਮੁਅੱਜ਼ਮ ਦੇ ਨਾਂ ਨਾਲ ਜਗਤ ਵਿੱਚ ਪ੍ਰਸਿੱਧ ਸੀ। ਕਰੀ ਚਾਕਰੀ ਤੈ ਐਲਾਦਾ। ਭਾਈ ਨੰਦ ਲਾਲ ਜੀ ਦੇ ਪਿਤਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਇਹਨਾਂ ਦੀ ਜਿਹੜੀ ਡਿਊਟੀ ਸੀ ਉਹ ਬਾਦਸ਼ਾਹ ਬਹਾਦਰ ਸ਼ਾਹ ਦੇ ਕੋਲ ਲੱਗੀ, ਉਹਨਾਂ ਨੂੰ ਪੜ੍ਹਾਉਣ ਦੇ ਵਿੱਚ, ਕਿਉਂਕਿ ਬਾਦਸ਼ਾਹ ਦੇ ਪੁੱਤਰ ਨੂੰ ਪੜ੍ਹਾਉਣਾ ਔਰ ਉਹਦੇ ਲਈ ਮਹਾਨ ਵਿਦਵਾਨ ਚਾਹੀਦਾ ਹੈ। ਤੋ ਮਹਾਨ ਵਿਦਵਾਨ ਵਜੋਂ ਭਾਈ ਨੰਦ ਲਾਲ ਜੀ ਨੂੰ ਮੁਕਰਰ ਕੀਤਾ ਗਿਆ। ਮੁਨਸ਼ੀ ਦੀ ਜਿਹੜੀ ਡਿਊਟੀ ਇਹਨਾਂ ਨੂੰ ਪ੍ਰਾਪਤ ਹੋਈ। ਗੁਰ ਕਰਬੇ ਕੋ ਚਾਹਤ ਰਹੇ। ਪਰ ਭਾਈ ਸਾਹਿਬ ਜੀ ਦੇ ਹਿਰਦੇ ਵਿੱਚ ਬਾਦਸ਼ਾਹ ਬਹਾਦਰ ਸ਼ਾਹ ਕੋਲ ਨੌਕਰੀ ਵੀ ਕਰਨ ਲੱਗ ਪਏ, ਪਰ ਮਨ ਵਿੱਚ ਖਿੱਚ ਰਹੀ ਕਿ ਮੈਨੂੰ ਹਾਲੇ ਤੱਕ ਪੂਰਨ ਗੁਰੂ ਨਹੀਂ ਮਿਲਿਆ। ਪੂਰਨ ਗੁਰੂ ਦੀ ਭਾਲ ਉਹ ਭਾਈ ਨੰਦ ਲਾਲ ਜੀ ਦੇ ਹਿਰਦੇ 'ਚ ਹੋਣ ਲੱਗੀ। ਪੂਰਨ ਹੋਏ ਮੋਹੇ ਕੋ ਦਹੈ। ਔਰ ਮੇਰੇ ਹਿਰਦੇ ਦੀ ਇਹ ਕਾਮਨਾ ਪੂਰਨ ਹੋਵੇ
ਮੈਨੂੰ ਪੂਰਾ ਗੁਰੂ ਮਿਲੇ ਜਿਹੜਾ ਮੇਰੇ ਹਿਰਦੇ ਦੇ ਮੋਹ ਦਾ ਨਾਸ਼ ਕਰ ਦੇਵੇ। ਪੁਰ ਆਨੰਦ ਮੈਂ ਜਲਦ ਆਨੰਦ, ਔਰ ਸ੍ਰੀ ਆਨੰਦਪੁਰ ਸਾਹਿਬ ਚੌਧਰ ਜਲਦ ਆਨੰਦ, ਆਨੰਦ ਦੇ ਸਮੁੰਦਰ ਕਲਗੀਧਰ ਜੀ ਹਨ। ਦਸਵੇਂ ਪਾਤਸ਼ਾਹ ਸੁਖ ਕੰਦ, ਦਸਵੇਂ ਪਾਤਸ਼ਾਹ ਜੋ ਸੁੱਖਾਂ ਦੇ ਮੂਲ ਹਨ। ਮਹਿਮਾ ਸੁਨੀ ਅਨਿਕ ਕੇ ਪਾਸ, ਭਾਈ ਨੰਦ ਲਾਲ ਜੀ ਨੇ, ਕਿਉਂਕਿ ਦੇਵਨੇਤ ਇਹਨਾਂ ਦਾ ਵਿਆਹ ਇੱਕ ਗੁਰਸਿੱਖ ਦੀ ਲੜਕੀ ਨਾਲ ਹੋਇਆ, ਉਹਦੇ ਪਾਸੋਂ ਕਲਗੀਧਰ ਜੀ ਦੀ ਉਪਮਾ ਭਾਈ ਨੰਦ ਲਾਲ ਜੀ ਨੇ ਸੁਣੀ। ਬਹੁਤ ਸਾਰੇ ਹੋਰ ਵੀ ਕਈ ਗੁਰਸਿੱਖ ਜਿਹੜੇ ਕਲਗੀਧਰ ਜੀ ਦੇ ਸੇਵਕ ਸਨ, ਉਹਨਾਂ ਦੇ ਮੁਖੋਂ ਭਾਈ ਨੰਦ ਲਾਲ ਜੀ ਨੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਦਾ ਜਸ ਸੁਣਿਆ। ਬ੍ਰਹਮ ਗਿਆਨ ਕੇ ਮਹਾਪ੍ਰਕਾਸ਼, ਜਾਣਿਆ ਕਿ ਕਲਗੀਧਰ ਸੁਆਮੀ ਜੀ ਬ੍ਰਹਮ ਗਿਆਨ ਦੇ ਮਹਾਨ ਪ੍ਰਕਾਸ਼ ਹਨ। ਸਿੱਖ ਕੀ ਗਤ ਬਾਕਨ ਤੇ ਕਰੈ, ਆਪਣੇ ਸਿੱਖ ਦੀ ਮੁਕਤੀ ਆਪਣਿਆਂ ਵਾਕਾਂ ਨਾਲ, ਆਪਣਿਆਂ ਬਚਨਾਂ ਨਾਲ ਕਰ ਦਿੰਦੇ ਨੇ। ਬਚਨ ਕਰਦੇ ਨੇ ਔਰ ਬਚਨ ਕਰਦੇ ਆਪਣੇ ਸਿੱਖ ਦੀ ਕਲਿਆਣ ਕਰ ਦਿੰਦੇ ਨੇ। ਐਸੇ ਪਰਮ ਕਿਰਪਾਲੂ ਤੇ ਦਿਆਲੂ ਹਨ। ਅਨੇਕ ਕਲੇਸ਼ਨ ਕੋ ਪਰ ਹਰੈ, ਅਨੇਕਾਂ ਪ੍ਰਕਾਰ ਦੇ ਕਲੇਸ਼ਾਂ ਨੂੰ, ਆਪਣਿਆਂ ਸਿੱਖਾਂ ਦੇ ਕਲੇਸ਼ਾਂ ਨੂੰ ਸਤਿਗੁਰੂ ਜੀ ਹਰ ਲੈਂਦੇ ਹਨ। ਸੋ ਜਸ ਸੁਨਤ ਤਰ ਹਰਖ ਬਿਲੰਦ, ਔਰ ਸਤਿਗੁਰੂ ਜੀ ਦਾ ਸੁਜਸ ਸੁਣ ਕੇ, ਗੁਰਦੇਵ ਦੀ ਉਪਮਾ ਸੁਣ ਕੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਹਿਰਦੇ ਵਿੱਚ ਆਨੰਦ ਪੈਦਾ ਹੁੰਦਾ, ਜਗਿਆਸਾ ਪੈਦਾ ਹੁੰਦੀ ਹੈ ਕਿ ਕਦੇ ਸਬੱਬ ਬਣੇ ਤੇ ਮੈਂ ਜਾ ਕੇ ਤਿਨਾਂ ਦੇ ਦਰਸ਼ਨ ਕਰਾਂ। ਪਰ ਡਿਊਟੀ ਬੜੀ ਵੱਡੀ ਸੀ ਸਰਕਾਰੀ, ਉਹਦੇ ਵਿੱਚੋਂ ਸਮਾਂ ਮਿਲਣਾ ਕੱਢਣਾ। ਤੋ ਇਸ ਪ੍ਰਕਾਰ ਨਾਲ ਇੱਛਾ ਹੈ ਗੁਰੂ ਸਾਹਿਬ ਕੋਲ ਜਾਣ ਦੀ, ਪਰ ਹਾਲੇ ਕਿਉਂਕਿ ਜਦੋਂ ਸਮਾਂ ਆਉਣਾ ਕਿਸੇ ਚੀਜ਼ ਦਾ ਉਦੋਂ ਹੀ ਆਉਣਾ। ਸਮੇਂ ਤੋਂ ਬਿਨਾਂ ਜਾਂ ਸਮੇਂ ਤੋਂ ਪਹਿਲਾਂ ਕਦੇ ਕੁਝ ਹਾਸਲ ਨਹੀਂ ਹੁੰਦਾ। ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਸਮਾਂ ਪਰਮੇਸ਼ਰ ਨੇ ਨਿਰਧਾਰਤ ਕੀਤਾ ਹੁੰਦਾ। 6 ਸ਼ਾਸਤਰਾਂ ਵਿੱਚੋਂ ਇੱਕ ਸ਼ਾਸਤਰ ਵੈਸ਼ੇਖਕ ਹੈ, ਜਿਹੜਾ ਇਸੇ ਦੇ ਉੱਤੇ ਆਧਾਰਿਤ ਹੈ, ਸਮੇਂ ਦੇ ਉੱਤੇ, ਕਾਲਵਾਦ। ਉਹ ਕਹਿੰਦਾ ਸਮੇਂ ਬਿਨਾਂ ਫਲ ਹੱਥ ਨਾ ਆਵੇ, ਸਮੇਂ ਤੋਂ ਬਿਨਾਂ ਫਲ ਹੱਥ ਨਹੀਂ ਆਉਂਦਾ। ਭਾਈ ਸਾਹਿਬ ਦੇ ਮਨ 'ਚ ਜਗਿਆਸਾ ਚੱਲ ਪਈ, ਪਰ ਹਾਲੇ ਉਹ ਸਮਾਂ ਨਹੀਂ ਆ ਰਿਹਾ ਕਿ ਜਦੋਂ ਸਤਿਗੁਰਾਂ ਦੀ ਸ਼ਰਨ 'ਚ ਜਾਣ। ਪਹੁੰਚਤ ਪਾਤਬ ਨਗਰੇ ਆਨੰਦ, ਇੱਕ ਦਿਨ ਸਬੱਬ ਬਣ ਗਿਆ। ਭਾਈ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਕਲਗੀਧਰ ਜੀ ਦੇ ਚਰਨਾਂ 'ਚ ਆਏ, ਕਿਉਂਕਿ ਬਾਅਦ ਵਿੱਚ ਪੱਕੇ ਤੌਰ ਤੇ ਆਉਣ ਵਾਸਤੇ ਇੱਕ ਵਾਰ ਪਹਿਲਾਂ ਭਾਈ ਸਾਹਿਬ ਗੁਰੂ ਸਾਹਿਬ ਨੂੰ ਮਿਲ ਚੁੱਕੇ ਸੀ। ਦੁਬਾਰਾ ਪੱਕੇ ਤੌਰ ਤੇ ਕਦੋਂ ਆਏ ਉਹ ਵੀ ਅੱਗੇ ਕਥਾ ਆਉਣੀ ਹੈ, ਪਰ ਉਸ ਤੋਂ ਪਹਿਲਾਂ ਭਾਈ ਨੰਦ ਲਾਲ ਜੀ ਗੁਰੂ ਕਲਗੀਧਰ ਜੀ ਦੇ ਚਰਨਾਂ 'ਚ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ। ਹਿਰਦੇ ਮਨੋਰਥ ਜਾਤੇ ਉਠਾਵਾ, ਮਨ ਵਿੱਚ ਜਦੋਂ ਆਨੰਦਪੁਰ ਸਾਹਿਬ ਆਏ ਤੇ ਮਨ 'ਚ ਮਨੋਰਥ ਕਰਦਿਆਂ ਹੋਇਆ ਆ ਰਹੇ ਨੇ, ਗੁਰੇ ਅੰਤਰ ਜਾਮੀ ਸਭ ਪਾਵਾ, ਕਿ ਸਤਿਗੁਰੂ ਜੀ ਅੰਤਰਜਾਮੀ ਹਨ, ਗੁਰਦੇਵ ਅੰਤਰਜਾਮੀ ਹਨ। ਜੇ ਐਸਾ ਹੈ ਕਿ ਉਹ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਹਨ। ਹਿਰਦੈ ਮਨੋਰਥ ਮੇਰੋ ਜਾਣੈ, ਤੇ ਜੇ ਗੁਰੂ ਪੂਰਾ ਤੇ ਅੰਤਰਜਾਮੀ ਹੈ ਤਾਂ ਉਹ ਮੇਰੇ ਮਨ ਦਾ ਮਨੋਰਥ ਜਾਣ ਜਾਣਗੇ ਕਿ ਮੈਂ ਕੀ ਮਨੋਰਥ ਲੈ ਕੇ ਆਇਆ ਆਨੰਦਪੁਰ ਸਾਹਿਬ। ਮੇਰੇ ਹਿਰਦੇ ਦੀ ਜਿਹੜੀ ਇੱਛਾ ਹੈ, ਮਨੋਰਥ ਹੈ, ਉਹ ਗੁਰੂ ਜੀ ਜਾਣ ਜਾਣਗੇ। ਕਰੁਣਾ ਕਰੇ ਬੁਲਾਵਨ ਠਾਨੈ, ਮੇਰੇ ਤੇ ਕਰੁਣਾ ਕਰਕੇ, ਦਇਆ ਕਰਕੇ ਮੈਨੂੰ ਆਪਣੇ ਕੋਲ ਸੱਦ ਲੈਣਗੇ, ਬੁਲਾ ਲੈਣਗੇ। ਆਪਣੋ ਸਿੱਖ ਪਠਾਏ ਹਕਾਰੈ, ਜੇ ਅੰਤਰਯਾਮੀ ਨੇ, ਮੈਂ ਬਾਹਰ ਚਲਾ ਜਾਵਾਂਗਾ ਆਨੰਦਪੁਰ ਸਾਹਿਬ, ਆਪ ਸਿੱਧਾ ਨਹੀਂ ਜਾਣਾ, ਬਾਹਰ ਬੈਠ ਜਾਵਾਂਗਾ ਇੱਕ ਜਗ੍ਹਾ ਤੇ, ਉੱਥੇ ਆਪਣਾ ਸਿੱਖ ਭੇਜ ਕੇ ਆਪ ਬੁਲਾਉਣਗੇ ਮੈਨੂੰ, ਜੇ ਤਾਂ ਅੰਤਰਜਾਮੀ ਨੇ ਤਾਂ। ਇਦਾਂ ਦਾ ਮਨੋਰਥ
ਭਾਈ ਸਾਹਿਬ ਜੀ ਨੇ ਆਪਣੇ ਮਨ ਵਿੱਚ ਕਰ ਲਿਆ, मोहे अदम को जग ते उधारे। ਔਰ ਮੈਨੂੰ ਅਦਮ ਨੂੰ, ਪਾਪੀ ਨੂੰ ਇਸ ਜਗਤ ਤੋਂ ਉਧਾਰਨਗੇ। एव मनोरथ कर तै रहे हो। ਇਸ ਤਰ੍ਹਾਂ ਦਾ ਮਨੋਰਥ ਆਪਣੇ ਹਿਰਦੇ ਵਿੱਚ ਕਰਕੇ ਭਾਈ ਸਾਹਿਬ ਜੀ ਆਨੰਦਪੁਰ ਸਾਹਿਬ ਆ ਗਏ, ਪਰ ਗੁਰੂ ਦਰਬਾਰ 'ਚ ਨਹੀਂ ਗਏ। ਆਨੰਦਪੁਰ ਸਾਹਿਬ ਇੱਕ ਜਗ੍ਹਾ 'ਚ ਕਿਸੇ ਟਿਕਾਣੇ ਤੇ ਜਾ ਕੇ ਭਾਈ ਸਾਹਿਬ ਜੀ ਬੈਠ ਗਏ। होए एकांत बैठ गुर चयो। ਇਕਾਂਤ ਵਿੱਚ ਬੈਠ ਕੇ ਉਡੀਕਦੇ ਨੇ ਕਿ ਕਲਗੀਧਰ ਜੀ ਆਪਣਾ ਸੇਵਾਦਾਰ ਸਿੱਖ ਭੇਜ ਕੇ ਮੈਨੂੰ ਬੁਲਾਉਣ ਤੇ ਮੈਂ ਜਾਵਾਂ। करें प्रतीखन गुर की दिश ते। ਗੁਰੂ ਸਾਹਿਬ ਵੱਲੋਂ ਉਡੀਕ ਕਰਨ ਲੱਗੇ ਭਾਈ ਨੰਦ ਲਾਲ ਜੀ। आए मिले को दरसों जिस ते। ਆਵੇ ਤੇ ਕੋਈ ਆ ਕੇ ਮੈਨੂੰ ਮਿਲੇ ਤੇ ਮੈਨੂੰ ਨਾਲ ਲੈ ਕੇ ਸਤਿਗੁਰਾਂ ਕੋਲ ਜਾਵੇ ਤੇ ਮੈਂ ਦਰਸ਼ਨ ਕਰਾਂ। गुर पूरन को खोजत रहे हो। ਪੂਰੇ ਗੁਰੂ ਨੂੰ ਮੈਂ ਖੋਜਦਾ ਰਿਹਾ, ਲੱਭਦਾ ਰਿਹਾ। फिरे अनेक थल कहूं न लयो। ਅਨੇਕਾਂ ਥਾਵਾਂ ਤੇ ਫਿਰ ਕੇ ਮੈਂ ਵੇਖ ਲਿਆ, ਪਰ ਐਸੇ ਸਤਿਗੁਰੂ ਜੀ, ਪੂਰੇ ਗੁਰੂ ਜੀ ਮੈਨੂੰ ਕਿਤੇ ਨਹੀਂ ਮਿਲੇ। पते हेत आनंदपुर बासे। ਹੁਣ ਪਤਾ ਲੈਣ ਲਈ, ਯਾਨੀ ਕਿ ਪਤਿਆਉਣ ਲਈ ਕਿ ਗੁਰੂ ਸਾਹਿਬ ਅੰਤਰਜਾਮੀ ਨੇ ਤਾਂ ਬੁਲਾਉਣਗੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਆਨੰਦਪੁਰ ਸਾਹਿਬ ਆ ਕੇ ਬੈਠ ਗਏ। मोए बुलावे श्री गुर पासे। ਗੁਰੂ ਪਾਤਸ਼ਾਹ ਮੈਨੂੰ ਆਪ ਆਪਣੇ ਕੋਲ ਬੁਲਾਉਣਗੇ। तरे ध्यान को सिमरै नामू। ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਕੇ ਮਹਾਰਾਜ ਜੀ ਦੇ ਅੰਮ੍ਰਿਤ ਨਾਮ ਨੂੰ ਭਾਈ ਸਾਹਿਬ ਜਪ ਰਹੇ ਹਨ। सुंदर मूरत श्री मुख धामू। ਗੁਰੂ ਸਾਹਿਬ ਬਾਰੇ ਜਿਹੋ ਜਿਹਾ ਸੁਣਿਆ ਸੀ ਉਦਾਂ ਦੀ ਮੂਰਤ ਆਪਣੇ ਹਿਰਦੇ 'ਚ ਭਾਈ ਸਾਹਿਬ ਜੀ ਵਸਾ ਕੇ ਬੈਠੇ ਨੇ, ਉਡੀਕਦੇ ਨੇ ਸਤਿਗੁਰੂ ਸੁਨੇਹਾ ਭੇਜ ਕੇ ਮੈਨੂੰ ਬੁਲਾ ਲੈਣ। कितक दिवस इस रीत बतीते। ਐਸਾ ਕਰਦਿਆਂ ਭਾਈ ਸਾਹਿਬ ਨੂੰ ਕੁਝ ਦਿਨ ਬਤੀਤ ਹੋਏ। ਐਸਾ ਨਹੀਂ ਵੀ ਅੱਜ ਆਏ ਤੇ ਅੱਜ ਹੀ ਸੱਦ ਲਿਆ। ਜੇ ਭਾਈ ਨੰਦ ਲਾਲ ਜੀ ਵੇਖ ਰਹੇ ਨੇ ਵੀ ਗੁਰੂ ਅੰਤਰਜਾਮੀ ਹੈ, ਤੇ ਫਿਰ ਗੁਰੂ ਵੀ ਤਾਂ ਵੇਖਦਾ ਕਿ ਨੰਦ ਲਾਲ ਅੰਦਰ ਮੈਨੂੰ ਮਿਲਣ ਦੀ ਜਗਿਆਸਾ ਕਿੰਨੀ ਕੁ ਹੈ। ਉਹਨਾਂ ਨੇ ਜੇ ਪਰਖਣਾ ਨਾ ਪ੍ਰੇਮ ਕਿੰਨਾ ਕੁ ਹੈ। ਜੇ ਪਤਿਆਣਾ ਚਾਹੁੰਦਾ ਤੇ ਫਿਰ ਗੁਰੂ ਦਾ ਤਾਂ ਫਰਜ਼ ਹੈ ਸਿੱਖ ਨੂੰ ਪਤਿਆ ਕੇ ਵੇਖਣਾ, ਪਰਖ ਕੇ ਵੇਖਣਾ। ਹਾਲਾਂਕਿ ਸਿੱਖ ਦਾ ਕਰਤੱਵ ਨਹੀਂ ਹੈ, ਪਰ ਪਹਿਲੀ ਵਾਰ ਆਏ ਨੇ ਇਸ ਕਰਕੇ ਪਰਖ ਰਹੇ ਸਨ। ਕਹਿੰਦੇ ਇਸ ਤਰ੍ਹਾਂ ਬੈਠਿਆਂ ਕਈ ਦਿਨ ਭਾਈ ਸਾਹਿਬ ਨੂੰ ਬਤੀਤ ਹੋ ਗਏ। ਗੁਰੂ ਸਾਹਿਬ ਨੂੰ ਆਰਾਧਦੇ ਨੇ, ਨਾ ਸੁਨੇਹਾ ਭੇਜਦੇ ਨੇ, ਨਾ ਕਿਸੇ ਨੂੰ ਦੱਸਦੇ ਨੇ ਮੈਂ ਕੌਣ ਹਾਂ, ਕਿਉਂ ਬੈਠਾ, ਬਸ ਬੈਠੇ ਨੇ, ਉਡੀਕਦੇ ਨੇ ਕਿ ਕਲਗੀਧਰ ਜੀ ਸੱਦਣ ਤੇ ਜਾਵਾਂ। पाओ भगत बिरदावत चीते। ਮਨ 'ਚ ਸਾਧਨਾ ਕਰਦਿਆਂ ਕਰਦਿਆਂ ਗੁਰੂ ਸਾਹਿਬ ਜੀ ਪ੍ਰਤੀ ਪ੍ਰੇਮਾ ਭਗਤੀ ਵੱਧ ਗਈ। सतगुर चरण प्रेम बड़ जागा। ਸਤਿਗੁਰੂ ਜੀ ਦੇ ਚਰਨ ਕਮਲਾਂ ਦਾ ਭਾਰੀ ਪ੍ਰੇਮ ਭਾਈ ਨੰਦ ਲਾਲ ਜੀ ਦੇ ਹਿਰਦੇ 'ਚ ਜਾਗ ਪਿਆ। निसबासर एक सम अनुरागा। ਰਾਤ ਦਿਨ ਇੱਕ ਸਮਾਨ ਅਨੁਰਾਗ ਵਿੱਚ ਪ੍ਰੇਮ 'ਚ ਭਿੱਜੇ ਰਹਿੰਦੇ ਹਨ। श्री गुरु गोविंद सिंह सुजाना। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜਾਣਿਆ। करी प्रेम ने खेच माना। ਭਾਈ ਸਾਹਿਬ ਦੇ ਪਰਮ ਪ੍ਰੇਮ ਨੇ ਕਲਗੀਧਰ ਜੀ ਨੂੰ ਖਿੱਚ ਪਾਈ। रयो न गयो तीर कर गुर ते। ਸਤਿਗੁਰੂ ਜੀ ਵੀ ਹੁਣ ਪ੍ਰੇਮ ਦੀ ਡੋਰੀ ਦੇ ਖਿੱਚੇ ਹੋਏ ਰਿਹਾ ਨਹੀਂ ਗਿਆ। जो सिमरत अनुराग तो उरते। ਜਿਹੜਾ ਵੀ ਕੋਈ ਸਿੱਖ ਸਾਹਿਬ ਨੂੰ ਪ੍ਰੇਮ ਸਹਿਤ ਅਨੁਰਾਗ ਸਹਿਤ ਸਿਮਰਦਾ, ਸਤਿਗੁਰੂ ਜੀ ਉਸ ਸਿੱਖ ਨੂੰ ਅੰਗੀਕਾਰ ਕਰ ਲੈਂਦੇ, ਰਿਹਾ ਨਹੀਂ ਜਾਂਦਾ ਮਹਾਰਾਜ ਜੀ ਕੋਲੋਂ। कीन मेवरे को तब आयस। ਉਸੇ ਵੇਲੇ ਮੇਵੜੇ ਨੂੰ ਹੁਕਮ ਕੀਤਾ। एक सिख थित अमके थाए सो। ਆਖਿਆ ਸਾਡਾ ਇੱਕ ਪਿਆਰਾ ਸਿੱਖ ਆਨੰਦਪੁਰ ਸਾਹਿਬ ਦੀ ਫਲਾਣੀ ਥਾਂ ਤੇ ਨਗਰ ਦੇ ਵਿੱਚੋਂ, ਆਨੰਦਪੁਰ ਸਾਹਿਬ ਤੋਂ ਬਾਹਰ ਜਿੱਥੇ ਗੁਰਦੁਆਰਾ ਸ਼ਹੀਦੀ ਬਾਗ ਹੈ ਨਾ, ਇੱਥੇ ਭਾਈ ਨੰਦ ਲਾਲ ਸਾਹਿਬ ਜੀ ਦਾ ਲੰਗਰ ਸੀ। ਜਿਹੜੇ ਲੰਗਰ ਪਰਖੇ ਸੀ ਨਾ ਮਹਾਰਾਜ ਜੀ ਨੇ, ਤੇ ਭਾਈ ਨੰਦ ਲਾਲ ਜੀ ਦਾ ਲੰਗਰ ਜਿਹੜਾ ਸੀ ਉਹ ਪਰਖ ਵਿੱਚ ਖਰਾ ਉਤਰਿਆ ਸੀ।
ਉਹ ਲੰਗਰ ਵਾਲਾ ਜਿਹੜਾ ਉਹ ਲੰਗਰ ਸੀ ਭਾਈ ਨੰਦ ਲਾਲ ਜੀ ਦਾ, ਉਹ ਗੁਰਦੁਆਰਾ ਸ਼ਹੀਦੀ ਬਾਗ ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਥੱਲੜੇ ਪਾਸੇ ਉਹ ਸਥਾਨ ਹੈ। ਉੱਥੇ ਸਿੰਘਾਂ ਦੇ ਸੰਸਕਾਰ ਵੀ ਹੁੰਦੇ ਜਿਹੜੇ ਸ਼ਹੀਦ ਹੁੰਦੇ ਸਨ। ਉੱਥੇ ਹੀ ਭਾਈ ਨੰਦ ਲਾਲ ਜੀ ਦਾ ਲੰਗਰ ਵੀ ਸੀ। ਇੱਥੇ ਹੀ ਨੇੜੇ ਤੇੜੇ ਭਾਈ ਸਾਹਿਬ ਜੀ ਕਿਤੇ ਬੈਠੇ ਸਨ। ਕਲਗੀਧਰ ਜੀ ਨੇ ਇਸ਼ਾਰਾ ਦਿੱਤਾ, ਫਲਾਣੀ ਜਗ੍ਹਾ ਤੇ ਇੱਕ ਸਿੱਖ ਬੈਠਾ ਹੈ, ਜਿਸ ਕੋ ਕਰੋ ਹਕਾਰਨ ਜਾਏ, ਉਹਨੂੰ ਜਾ ਕੇ ਬੁਲਾਓ ਤੇ ਆਖੋ ਤੈਨੂੰ ਬਾਜਾਂ ਵਾਲੇ ਕਲਗੀਧਰ ਸਵਾਮੀ ਜੀ ਨੇ ਬੁਲਾਇਆ। ਇਸਈ ਛਿਨ ਮੈਂ ਆਨ ਦਿਖਾਏ, ਉਹਨਾਂ ਨੂੰ ਕਹੋ ਇਸੇ ਛਿਨ ਆ ਕੇ ਸਾਡੇ ਕੋਲ ਹਾਜ਼ਰ ਹੋਣ। ਸੁਨਤ ਮੇਵਰੋ ਤੂਰਨ ਗਇਓ, ਸਤਿਗੁਰੂ ਜੀ ਦਾ ਹੁਕਮ ਗੁਰਦੇਵ ਦੇ ਮੇਵੜੇ ਨੇ ਸੁਣਿਆ, ਸੇਵਾਦਾਰ ਨੇ ਸੁਣਿਆ, ਜਿਹੜਾ ਟਿਕਾਣਾ ਸਾਹਿਬ ਨੇ ਦੱਸਿਆ ਉੱਥੇ ਚੱਲ ਕੇ ਗਏ। ਸ੍ਰੀ ਗੁਰ ਤੋਏ ਬੁਲਾਵਤ ਪਇਓ, ਆਖਿਆ ਭਾਈ ਨੰਦ ਲਾਲ ਜੀ ਆਪ ਜੀ ਦਾ ਨਾਮ ਹੈ। ਇੱਕਦਮ ਹੈਰਾਨ ਹੋ ਗਏ, ਇਹ ਤਾਂ ਨਾਮ ਵੀ ਜਾਣਦੇ ਨੇ। ਆਖਿਆ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਤੁਹਾਨੂੰ ਬੁਲਾ ਰਹੇ ਨੇ। ਸੋ ਪ੍ਰਸੰਨ ਅਬਈ ਲਗ ਚਰਨੀ, ਇੰਨੇ ਪ੍ਰਸੰਨ ਨੇ, ਕਹਿੰਦੇ ਹੁਣੇ ਹੀ ਬੁਲਾਓ ਉਹਨਾਂ ਨੂੰ। ਇਸ ਕਰਕੇ ਚਲੋ ਭਾਈ ਸਾਹਿਬ ਜੀ, ਹੁਣੇ ਹੀ ਚੱਲ ਕੇ ਸਾਹਿਬ ਦੇ ਚਰਨੀ ਲੱਗੋ। ਕਰੇ ਉਦਾਰਨ ਰਾਖੇ ਸ਼ਰਨੀ, ਉਹ ਤੁਹਾਡਾ ਉਧਾਰ ਕਰਨਗੇ, ਤੁਹਾਨੂੰ ਆਪਣੀ ਸ਼ਰਨ ਵਿੱਚ ਰੱਖਣਗੇ। ਸੁਨਤ ਕਾਨ ਮੈਂ ਆਨੰਦ ਮਾਨਾ, ਕੰਨਾਂ ਵਿੱਚ ਜਦੋਂ ਇਹ ਆਵਾਜ਼ ਸੁਣੀ, ਸੁਣ ਕੇ ਸਦ ਮਾਹੀ ਦਾ, ਆਹ ਕਹਿੰਦੇ ਜਦੋਂ ਸਾਹਿਬ ਦਾ ਸੁਨੇਹਾ ਸੁਣਿਆ, ਹਿਰਦਾ ਗਦ-ਗਦ ਹੋ ਉੱਠਿਆ, ਹਿਰਦਾ ਆਨੰਦ ਸਹਿਤ ਭਰ ਗਿਆ। ਮਨੋ ਰਾਜ ਲੈ ਸਕਲ ਜਾਨ, ਮਾਨੋ ਸਾਰੀ ਧਰਤੀ ਦਾ ਰਾਜ ਭਾਈ ਨੰਦ ਲਾਲ ਸਾਹਿਬ ਨੂੰ ਪ੍ਰਾਪਤ ਹੋ ਗਿਆ ਹੋਵੇ। ਤਤ ਛਿਨ ਹਰਖ ਤੇ ਆਵਨ ਕੀਨਾ, ਤਤ ਛਿਨ ਬੜੇ ਖੁਸ਼ ਹੋ ਕੇ, ਪ੍ਰਸੰਨ ਹੋ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ। ਬੈਠੇ ਸਤਿਗੁਰ ਦਰਸ਼ਨ ਦੀਨਾ, ਔਰ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਦੀਦਾਰ ਕੀਤੇ ਕਲਗੀਆਂ ਵਾਲੇ ਪਾਤਸ਼ਾਹ ਦੇ। ਜਦੋਂ ਦਰਸ਼ਨ ਕੀਤੇ ਤੇ ਦਰਸ਼ਨ ਕਰਕੇ ਕਹਿਣ ਲੱਗੇ, ਨੂਰ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ, ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਸਾਹਿਬ ਦੇ ਦਰਸ਼ਨ ਕਰਦੇ, ਦੀਨ ਦੁਨੀਆ ਦਰ ਕਮੰਦੇ, ਆਫਰੀ ਰੁਖਸਾਰ। ਸਾਹਿਬ ਦੇ ਦਰਸ਼ਨ ਕਰਦਿਆਂ ਮਨ ਗਦ-ਗਦ ਹੋ ਗਿਆ ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ। ਕਮਲ ਪੱਤਰ ਸੇ ਲਲਿਤ ਬਿਲੋਚਨ, ਆਹਾ ਕਮਲ ਦੇ ਪੱਤਰਾਂ ਵਰਗੇ ਕੋਮਲ ਸੁੰਦਰ ਖਿੜੇ ਹੋਏ ਨੇਤਰ ਕਲਗੀਧਰ ਜੀ ਦੇ। ਜਿਤ ਦਿਸ਼ ਪਿਖ ਕਰ ਸੋਚ ਵਿਮੋਚਨ, ਜਿਸ ਪਾਸੇ ਵੇਖਦੇ ਨੇ, ਜਿਸ ਨੂੰ ਵੇਖਦੇ ਨੇ, ਉਹਦੀਆਂ ਸੋਚਾਂ ਦੂਰ ਕਰ ਦਿੰਦੇ ਨੇ, ਉਹਦੀਆਂ ਚਿੰਤਾਵਾਂ ਹਰ ਲੈਂਦੇ ਹਨ। ਪਹੁੰਚਿਓ ਪਗ ਪੰਕਜ ਲਪਟਾਇਓ, ਗੁਰੂ ਚਰਨਾਂ ਵਿੱਚ ਪਹੁੰਚ ਕੇ ਭਾਈ ਨੰਦ ਲਾਲ ਜੀ ਗੁਰੂ ਚਰਨਾਂ ਨਾਲ ਲਪਟ ਗਏ ਹਨ। ਬੋਲਿਓ ਸ਼ਰਨ ਪ੍ਰਭੂ ਮੈਂ ਆਇਓ, ਚਰਨਾਂ ਨਾਲ ਲਪਟ ਗਏ, ਘੁੱਟ ਕੇ ਚਰਨ ਫੜ ਲਏ ਤੇ ਰਸਨਾ ਤੋਂ ਕਹਿੰਦੇ, ਸ਼ਰਨ ਸ਼ਰਨ ਮੈਂ ਸ਼ਰਨ ਤਿਹਾਰੀ। ਮਹਾਰਾਜ ਮੈਂ ਤੁਹਾਡੀ ਸ਼ਰਨ ਚ ਹਾਂ, ਮੈਂ ਤੁਹਾਡੀ ਸ਼ਰਨ ਚ ਹਾਂ। ਮਮ ਪਾਹਾ ਮਮ ਪਾਹਾ ਮਮ ਪਾਹਾ ਤੋ ਸ਼ਰਣੰ। ਹਾਂਜੀ, ਤਰਾਏ ਤਰਾਏ ਸ਼੍ਰੀ ਸਤਿਗੁਰ ਦਾਤਾ, ਤਰਾਹੇ ਮਮ ਤਰਾਹੇ ਮਮ ਤੋ ਸ਼ਰਣੰ। ਮਹਾਰਾਜ ਸਤਿਗੁਰੂ ਜੀ ਤੁਸੀਂ ਮੇਰੇ ਦਾਤੇ ਹੋ। ਏਕ ਅਹੋ ਤੁਮ ਜਮ ਕੇ ਤਰਾਤਾ, ਇੱਕ ਤੁਸੀਂ ਹੋ ਜੋ ਜੰਮਾਂ ਦੇ ਡਰ ਨੂੰ ਕੱਟਣ ਵਾਲੇ ਹੋ, ਮੇਰੇ ਜੰਮਾਂ ਦੇ ਡਰ ਨੂੰ ਭੈ ਨੂੰ ਨਿਵਾਰਨ ਵਾਲੇ ਹੋ। ਤੀਨ ਲੋਕ ਪਤੀ ਕੇ ਅਵਤਾਰਾ, ਇਹ ਤਿੰਨਾਂ ਲੋਕਾਂ ਦੇ ਪਤੀ ਦੇ ਅਵਤਾਰ ਗੁਰੂ ਕਲਗੀਆਂ ਵਾਲੇ ਪਾਤਸ਼ਾਹ। ਸੁਨਤ ਸੁਜਸ
ਆਇਓ ਦਰਬਾਰਾ। ਮਹਾਰਾਜ ਤੁਹਾਡਾ ਸੁਜਸ ਸੁਣ ਕੇ ਮੈਂ ਤੁਹਾਡੇ ਦਰਬਾਰ ਵਿੱਚ ਚੱਲ ਕੇ ਆਇਆ ਹਾਂ। ਕੋਟ ਜਨਮ ਪਰਮ ਤੇ ਆਭਾਰੇ। ਮੈਂ ਕਰੋੜਾਂ ਜਨਮਾਂ ਦੇ ਵਿੱਚ ਭਰਮ ਦਾ ਹਾਰ ਗਿਆ ਮੇਰੇ ਗਰੀਬ ਨਵਾਜ। ਅਨੇਕਾਂ ਜਨਮਾਂ ਵਿੱਚ ਭਰਮਦਿਆਂ ਥੱਕ ਆਏ ਪ੍ਰਭ ਕੀ ਸ਼ਾਮ ਮਹਾਰਾਜ ਤੁਹਾਡੀ ਸ਼ਰਨ ਆਇਆ ਹਾਂ। ਪਰਿਓ ਸ਼ਰਨ ਰਖ ਰਾਖ ਨਿਹਾਰੇ। ਹੇ ਰਖਣਹਾਰ, ਹੇ ਰਖਣਹਾਰ, ਮੈਂ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆ, ਮੈਨੂੰ ਰੱਖ ਲਓ। ਸੁਨ ਬਿਨੰਤੀ ਗਿਣਤੀ ਤਜ ਔਰ। ਭਾਈ ਨੰਦ ਲਾਲ ਜੀ ਦੀ ਬੇਨਤੀ ਸੁਣ ਕੇ ਮਹਾਰਾਜ ਜੀ ਨੇ ਸਭ ਗਿਣਤੀਆਂ ਮਿਣਤੀਆਂ ਛੱਡ ਦਿੱਤੀਆਂ। ਪੇਪਰ ਸਨ ਸੋਡੀ ਸਿਰ ਮੋਰ। ਸੋਡੀਆਂ ਦੀ ਕੁੱਲ ਦੇ ਸਿਰ ਮੋਰ ਸਰਬ ਸ਼੍ਰੋਮਣੀ ਸਤਿਗੁਰੂ ਜੀ ਤਰਸ ਦੇ ਘਰ ਵਿੱਚ ਆਏ ਹਨ। ਕਿਰਪਾ ਦ੍ਰਿਸ਼ਟ ਸੋ ਦੇਖਨ ਕਰਿਓ। ਆਪਣੀ ਭਾਰੀ ਕਿਰਪਾ ਭਰੀ ਸਵੱਲੀ ਨਿਗਾਹ ਨਾਲ ਭਾਈ ਨੰਦ ਲਾਲ ਸਾਹਿਬ ਵੱਲ ਭਰਵੀਂ ਨਿਗਾਹ ਨਾਲ ਗੁਰਦੇਵ ਨੇ ਵੇਖਿਆ। ਬ੍ਰਹਮ ਅਗਿਆਨ ਸੋ ਤਿਸ ਪਰ ਹਰਿਓ। ਦੀਵਾ ਤਾਂ ਤਿਆਰ ਹੀ ਸੀ ਗੁਰੂ ਖਾਲਸਾ ਜੀ, ਬਸ ਜੋਤ ਹੀ ਜਗਾਉਣੀ ਸੀ। ਸਾਰਾ ਭਰਮ ਪਰਦਾ ਭਾਈ ਨੰਦ ਲਾਲ ਸਾਹਿਬ ਦੇ ਹਿਰਦੇ ਚੋਂ ਦੂਰ ਕਰ ਦਿੱਤਾ। ਮੋਹ ਮਹਾਨ ਨੀਂਦ ਮੈਂ ਸੋਆ। ਜੋ ਭਿਆਨਕ ਮੋਹ ਦੀ ਭਿਆਨਕ ਗੂੜੀ ਨੀਂਦ ਦੇ ਵਿੱਚ ਭਾਈ ਨੰਦ ਲਾਲ ਜੀ ਸੁੱਤੇ ਪਏ ਸਨ। ਜਾਗਤ ਪਇਓ ਗੁਰੂ ਰਵ ਜੋਆ। ਜਦੋਂ ਸਤਿਗੁਰੂ ਰੂਪੀ ਸੂਰਜ ਦੇ ਦਰਸ਼ਨ ਕੀਤੇ ਉਸ ਮੋਹ ਦੀ ਨਿੰਦਰਾ ਵਿੱਚੋਂ ਭਾਈ ਨੰਦ ਲਾਲ ਸਾਹਿਬ ਜਾਗ ਪਏ ਜੈਸਾ ਜਾਗਣਾ ਗੁਰਦੇਵ ਨੇ ਕਿਹਾ। ਹੱਥ ਜੋੜ ਬੋਲੇ ਹੋ ਤਿਸ ਕਾਲ। ਹੱਥ ਜੋੜ ਕੇ ਭਾਈ ਨੰਦ ਲਾਲ ਸਾਹਿਬ ਜੀ ਬੋਲੇ, ਨਾਨਕ ਨਦਰੀ ਨਦਰ ਨਿਹਾਲ। ਇਹ ਨਦਰੀ ਸਤਿਗੁਰੂ ਤੁਹਾਡੀ ਨਜ਼ਰ ਨਾਲ ਮੈਂ ਨਿਹਾਲ ਹੋ ਗਿਆ ਹਾਂ, ਨਿਹਾਲ ਹੋ ਗਿਆ ਮੇਰੇ ਸਤਿਗੁਰੂ ਜੀ ਤੁਹਾਡੀ ਨਜ਼ਰ ਨਾਲ। ਕਿਰਪਾ ਪਾਏ ਇਮ ਸਤਿਗੁਰ ਕੇਰੀ। ਸਤਿਗੁਰੂ ਜੀ ਦੀ ਐਸੀ ਮਹਾਨ ਬਖਸ਼ਿਸ਼ ਮਹਾਨ ਕਿਰਪਾ ਭਾਈ ਨੰਦ ਲਾਲ ਸਾਹਿਬ ਨੇ ਪ੍ਰਾਪਤ ਕੀਤੀ। ਰਹਿਓ ਨਿਕਟ ਮਨ ਪ੍ਰੀਤ ਕਨੇਰੀ। ਮਨ ਦੀ ਕਨੇਰੀ ਪ੍ਰੀਤ ਹਿਰਦੇ 'ਚ ਧਾਰਨ ਕਰਕੇ ਕੁਝ ਸਮਾਂ ਸਤਿਗੁਰਾਂ ਦੇ ਕੋਲ ਰਹੇ। ਤਾਓ ਕਸੋਟੀ ਬਿਨ ਮਲ ਖੋਆ। ਕਹਿੰਦੇ ਤਾਓ ਕਸੌਟੀ ਤੋਂ ਬਿਨਾਂ ਸਾਰੀ ਮੈਲ ਧੋ ਦਿੱਤੀ। ਨਾ ਕਸੌਟੀ ਲਾਈ ਨਾ ਤਾਓ ਲਾਇਆ ਭਾਈ ਨੰਦ ਲਾਲ ਤੇ, ਕਹਿੰਦੇ ਸਾਰੀ ਮੈਲ ਧੋ ਦਿੱਤੀ। ਬਾਰੇ ਬੰਨੀ ਕੰਚਨ ਹੋਆ। ਭਾਈ ਸਾਹਿਬ 12 ਬੰਨੀ ਦੇ ਸ਼ੁੱਧ ਸੋਨੇ ਹੋ ਨਿਬੜੇ। ਬੈਠ ਸਭਾ ਮੈਂ ਸਤਿਗੁਰ ਆਗੇ। ਸਤਿਗੁਰੂ ਜੀ ਦੀ ਸਭਾ ਵਿੱਚ ਸਨਮੁਖ ਬੈਠੇ ਭਾਈ ਨੰਦ ਲਾਲ ਜੀ। ਮਹਿਮਾ ਕਰੇ ਗੁਰ ਨੇ ਅਨੁਰਾਗੇ। ਸਤਿਗੁਰਾਂ ਦੇ ਅਨੁਰਾਗ ਵਿੱਚ ਭਿੱਜੇ ਗੁਰੂ ਕਲਗੀਧਰ ਜੀ ਦੀ ਮਹਿਮਾ ਕਰਦੇ ਹਨ। ਵਿੱਚ ਫਾਰਸੀ ਬੈਂਤ ਬਣਾਵੇ। ਫਾਰਸੀ ਵਿੱਚ ਬਹੁਤ ਸਾਰੀਆਂ ਬੈਂਤਾਂ, ਫਾਰਸੀ ਵਿੱਚ ਬਹੁਤ ਸਾਰੇ ਛੰਦ ਬਣਾ ਕੇ ਕਲਗੀਧਰ ਜੀ ਦੀ ਉਪਮਾ ਕਰਦੇ ਹਨ। ਰੁਚਰ ਬਾਕ ਕੈ ਗੁਰੂ ਰਿਝਾਵੇ। ਬੜੇ ਸੋਹਣੇ ਪਿਆਰੇ ਮਿੱਠੇ ਮਿੱਠੇ ਬੋਲ ਬੋਲਦੇ ਆ। ਉਹ ਬਾਣੀ ਜਿਹੜੀ ਕੰਠੀ ਸੀ ਨਾ, ਕਲਗੀਧਰ ਦੇ ਦਰਸ਼ਨ ਕਰਦੇ ਕੰਠ ਵਿੱਚ ਆ ਗਈ। ਉਸੇ ਬਾਣੀ ਦੁਆਰਾ ਗੁਰੂ ਸਾਹਿਬ ਦਾ ਜਸ ਕਰਨ ਲੱਗੇ। ਸਤਿਗੁਰਾਂ ਦੇ ਸਨਮੁਖ ਗੁਰੂ ਜਸ ਕਰਕੇ ਗੁਰੂ ਪਾਤਸ਼ਾਹ ਨੂੰ ਰਿਝਾਉਂਦੇ ਹਨ। ਬਹੁ ਚਤਰਾਈ ਗੁਣ ਗਨ ਸਾਥ। ਬੜੀ ਸੂਝਤਾਈ ਨਾਲ ਗੁਰਦੇਵ ਦੇ ਪਵਿੱਤਰ ਗੁਣਾਂ ਨੂੰ ਗਾਇਨ ਕਰਦੇ ਨੇ। ਸੇਵਕ ਨਿਤ ਪ੍ਰਤ ਸ਼੍ਰੀ ਗੁਰਨਾਥ। ਜਗਤ ਗੁਰੂ ਨਾਥ ਦੇ ਚਰਨਾਂ 'ਚ ਕੁਝ ਦਿਨ ਰਹਿ ਕੇ ਭਾਈ ਨੰਦ ਲਾਲ ਸਾਹਿਬ ਸੇਵਾ ਕਰਦੇ ਰਹੇ। ਕੇਤਕ ਦਿਵਸ ਬਾਸ ਕਰ ਪਾਸ। ਏਦਾਂ ਕੁਝ ਦਿਨ ਮਹਾਰਾਜ ਜੀ ਦੇ ਚਰਨਾਂ ਵਿੱਚ ਵਸ ਕੇ ਰਹਿ ਕੇ ਗੁਰੂ ਸੰਗਤ ਕਰਕੇ ਵਿਦਾ ਹੋਏ ਪੁਨ ਗਇਓ ਆਵਾਸ। ਸਤਿਗੁਰਾਂ ਕੋਲੋਂ ਵਿਦਾ ਹੋ ਕੇ ਭਾਈ ਸਾਹਿਬ ਆਪਣੇ ਘਰ ਨੂੰ ਚਲੇ ਗਏ। ਸਦਾ ਧਿਆਨ ਸਤਿਗੁਰ ਕੋ ਧਾਰੇ। ਔਰ ਜਦੋਂ ਗਏ ਤੇ ਗੁਰੂ ਸਾਹਿਬ ਦੀ ਮੂਰਤ ਦਾ ਧਿਆਨ ਭਾਈ ਸਾਹਿਬ ਆਪਣੇ ਹਿਰਦੇ 'ਚ ਧਾਰਨ ਕਰਦੇ ਹਨ। ਬੈਠ ਤੇ ਉਠਤ ਨਾਮ ਸੰਭਾਰੇ। ਬੈਠਦਿਆਂ ਉੱਠਦਿਆਂ ਹਰ ਵੇਲੇ ਭਾਈ ਨੰਦ ਲਾਲ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਮ੍ਰਿਤ ਨਾਮ ਦੀ ਸੰਭਾਲ ਕਰਦੇ ਹਨ। ਗੁਰ ਕਰਕੇ ਦਸਮੋਂ ਪਾਤਸ਼ਾਹ। ਏਦਾਂ 10ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਭਾਈ ਨੰਦ ਲਾਲ ਜੀ ਨੇ
ਆਪਣਾ ਗੁਰੂ ਕੀਤਾ ਹੈ। ਸਿੱਖੀ ਮਗ ਮੈਂ ਮਹਾ ਉਮਾ, ਗੁਰ ਸਿੱਖੀ ਦਾ ਜੋ ਰਸਤਾ ਹੈ ਉਸ ਰਸਤੇ ਦੇ ਵਿੱਚ ਵੱਡੇ ਉਮਾਹ ਨਾਲ ਚੱਲੇ ਹਨ। ਸ਼ਹਿਜ਼ਾਦੇ ਕੇ ਨਿਕਟ ਰਹੰਤਾ, ਔਰ ਮਹਾਰਾਜ ਗਰੀਬ ਨਵਾਜ ਸਾਹਿਬ ਜੀ ਦੇ ਹੁਕਮ ਸਦਕਾ ਭਾਈ ਨੰਦ ਲਾਲ ਜੀ ਡਿਊਟੀ ਕਰਦੇ ਰਹੇ। ਸਹਿਜ਼ਾਦਾ ਮੁਅੱਜ਼ਮ ਯਾਨੀ ਕਿ ਬਾਦਸ਼ਾਹ ਬਹਾਦਰ ਸ਼ਾਹ, ਉਹਦੇ ਕੋਲ ਭਾਈ ਨੰਦ ਲਾਲ ਜੀ ਡਿਊਟੀ ਕਰਦੇ ਨੇ, ਨਾਲੇ ਉਹਨੂੰ ਪੜ੍ਹਾਉਂਦੇ ਹਨ। ਸੁਮਤਵੰਤ ਜਿਮ ਸੰਤ ਮਹੰਤਾ, ਐਸੇ ਸੁਮਤਵੰਤ ਨੇ ਜੈਸੇ ਕੋਈ ਪੂਰਨ ਮਹਾਤਮਾ ਸੰਤ ਹੋਵੇ, ਐਸੀ ਬਿਰਤੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਹੈ। ਰਹਿਤ ਬਹਾਦਰ ਸ਼ਾਹ ਨਜੀਕਾ, ਬਾਦਸ਼ਾਹ ਬਹਾਦਰ ਸ਼ਾਹ ਦੇ ਕੋਲ ਭਾਈ ਸਾਹਿਬ ਭਾਈ ਨੰਦ ਲਾਲ ਜੀ ਰਹਿੰਦੇ ਨੇ। ਬਹਾਦਰ ਸ਼ਾਹ ਨਾਲ ਬਹੁਤ ਨੇੜੇ ਦੀ ਮਿੱਤਰਤਾ ਵੀ ਬਣ ਗਈ, ਨਾਲੇ ਬਹਾਦਰ ਸ਼ਾਹ ਸ਼ਾਗਿਰਦ ਵੀ ਹੈ ਭਾਈ ਸਾਹਿਬ ਦਾ। ਕਿਸੇ ਬਤਾਵੇ ਮਾਰਗ ਨੀਕਾ, ਜਿਹੜਾ ਰਸਤਾ ਸ੍ਰੇਸ਼ਟ ਰਸਤਾ ਹੈ ਉਹ ਬਹਾਦਰ ਸ਼ਾਹ ਨੂੰ ਭਾਈ ਨੰਦ ਲਾਲ ਜੀ ਦੱਸਦੇ ਹਨ। ਮਤਵੰਤਨ ਮੈਂ ਗਿਨੀਏ ਸਾਰੇ, ਜੋ ਮਤਵੰਤ ਨੇ ਉਹਨਾਂ ਵਿੱਚ ਸ੍ਰੇਸ਼ਟ ਪੁਰਸ਼ਾਂ ਵਿੱਚ ਚੰਗੇ ਜਿਹੜੇ ਉਲਮਾਓ ਨੇ ਉਹਨਾਂ ਵਿੱਚ ਭਾਈ ਨੰਦ ਲਾਲ ਸਾਹਿਬ ਜੀ ਦੀ ਗਿਣਤੀ ਹੁੰਦੀ ਹੈ। ਨਿਪੁੰਨ ਪਾਰਸੀ ਇਲਮ ਮਝਾਰੇ, ਫਾਰਸੀ ਦੀ ਵਿਦਿਆ ਵਿੱਚ ਇਲਮ ਦੇ ਵਿੱਚ ਭਾਰੀ ਨਿਪੁੰਨ ਨੇ ਭਾਈ ਨੰਦ ਲਾਲ ਜੀ। ਔਰੰਗ ਕੋ ਪ੍ਰਤਾਪ ਵੱਡ ਬਾਡਾ, ਉਸ ਵੇਲੇ ਔਰੰਗੇ ਦਾ ਬੜਾ ਵੱਡਾ ਪ੍ਰਤਾਪ ਫੈਲ ਰਿਹਾ ਸੀ ਹਿੰਦੁਸਤਾਨ ਵਿੱਚ। ਦੁਸ਼ਟ ਵਿਸਾਲ ਸ਼ਰਾ ਮੈਂ ਗਾਡਾ, ਦੁਸ਼ਟ ਸੀ ਔਰੰਗਾ, ਵਿਸ਼ਾਲ ਦੁਸ਼ਟ ਸੀ ਔਰ ਆਪਣੀ ਸ਼ਰਾ ਦੇ ਵਿੱਚ ਬੱਧਾ ਹੋਇਆ ਸੀ। ਹਿੰਦੂਆਂ ਕੋ ਦੋਖੀ ਮਤ ਮੂਡਾ, ਹਿੰਦੂਆਂ ਨੂੰ ਦੁੱਖ ਦਿੰਦਾ ਸੀ, ਦੋਖੀ ਸੀ, ਮੂਰਖ ਮਤ ਵਾਲਾ ਸੀ। ਸਭ ਸੰਤਨ ਸੋ ਬਾਦੀ ਗੂਡਾ, ਮਹਾਂਪੁਰਸ਼ਾਂ ਸਾਧੂਆਂ ਸੰਤਾਂ ਦੇ ਨਾਲ ਵੈਰ ਵਿਰੋਧ ਰੱਖਦਾ ਹੈ ਔਰੰਗਾ। ਤੁਰਕ ਤੇਜ ਕੀ ਜਰਾ ਉਖਾਰਨ, ਇਹ ਤੁਰਕਾਂ ਦੇ ਰਾਜ ਭਾਗ ਦੀਆਂ ਜੜ੍ਹਾਂ ਪੁੱਟਣ ਵਾਲਾ ਨੁਰੰਗਾ। ਰਾਜ ਪ੍ਰਤਾਪ ਵਿਨਾਸ਼ਨ ਕਾਰਨ, ਇਹ ਰਾਜ ਪ੍ਰਤਾਪ ਵਿਨਾਸ਼ਣ ਲਈ ਐਸਾ ਹੀ ਪਾਪ ਕਰ ਰਿਹਾ ਹੈ। ਜਾਂ ਤੇ ਪ੍ਰਭ ਕੀ ਨੋ ਸੁਲਤਾਨ, ਕਹਿੰਦੇ ਤੁਰਕਾਂ ਦਾ ਰਾਜ ਖਤਮ ਕਰਨ ਲਈ ਔਰੰਗਜ਼ੇਬ ਨੂੰ ਬਾਦਸ਼ਾਹ ਬਣਾਇਆ ਪਰਮੇਸ਼ਰ ਨੇ ਕਿ ਇਹ ਜਿਹੜਾ ਤੁਰਕਾਂ ਦਾ ਮਲੇਛਾਂ ਦਾ ਰਾਜ ਹੈ ਇਹਨੂੰ ਖਤਮ ਕਰ ਦੇਵੇ। ਕਰਤਾ ਆਪਨ ਆਪ ਕੋ ਹਾਨ, ਇਹਦਾ ਆਪਣਾ ਆਪ ਹੀ ਖਤਮ ਕਰ ਰਿਹਾ ਮਲੇਛ। ਜਿਮ ਰਾਵਣ ਮੁਨੀ ਦੋਖੀ ਹੋ, ਜਿਵੇਂ ਰਾਵਣ ਮੁਨੀਆਂ ਦਾ ਦੋਖੀ ਸੀ। ਰਾਜ ਰਾਖਸ਼ਨ ਕਰਤੇ ਖੋਆ, ਰਾਵਣ ਨੇ ਰਾਖਸ਼ਾਂ ਦਾ ਰਾਜ ਖਤਮ ਕੀਤਾ। ਕਰੀ ਅਵਗਿਆ ਰਘੁਬਰ ਕੇਰੀ, ਉਹਨੇ ਸ਼੍ਰੀ ਰਾਮ ਦੀ ਅਵਗਿਆ ਕੀਤੀ ਸੀ। ਸਭ ਬਿਦ ਕੀਨ ਹਾਨ ਤਿਸ ਬੇ, ਸਾਰਾ ਕੁਝ ਆਪਣਾ ਖਤਮ ਕਰਾ ਲਿਆ ਰਾਵਣ ਨੇ। ਕਰੀ ਅਵਗਿਆ ਤਿਮ ਸਤਿਗੁਰ ਕੀ, ਇਸੇ ਤਰ੍ਹਾਂ ਇਸ ਪਾਪੀ ਨੁਰੰਗੇ ਨੇ ਨੌਵੇਂ ਪਾਤਸ਼ਾਹ ਦੀ ਗੁਰੂ ਘਰ ਦੀ ਬੇਅਦਬੀ ਨਰਾਦਰ ਕੀਤਾ। ਕੋ ਮਤ ਕਹੇ ਤਿਸੇ ਉਰ ਇਹਦੀ ਖੋਟੀ ਮਤ ਕਿਹੜੀ ਕਿਹੜੀ ਦਸੀਏ। ਤਿਮ ਸਤਿਗੁਰ ਦਸਵੇਂ ਪਾਤਸ਼ਾਹ, ਐਸੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਕਰਿਓ ਵਿਨਾਸ਼ਨ ਸਭ ਬਿਦਤਾ, ਇਹਦਾ ਵਿਨਾਸ਼ ਕਰਨ ਲਈ ਮਹਾਰਾਜ ਜੀ ਅਵਤਰਤ ਹੋਏ ਨੇ ਕਿ ਇਹਨਾਂ ਮਲੇਛਾਂ ਤੇ ਜਰਵਾਣਿਆਂ ਦਾ ਰਾਜ ਸदैवी ਕਾਲ ਲਈ ਮਲੇਛਾਂ ਦੀ ਸਫਾ ਨੂੰ ਉਠਾ ਦਿੱਤਾ ਜਾਵੇ। ਕਲਗੀਆਂ ਵਾਲੇ ਪਾਤਸ਼ਾਹ ਦੀ ਸ਼ਰਨ ਵਿੱਚ ਦੀਵਾਨ ਭਾਈ ਨੰਦ ਲਾਲ ਜੀ ਸदैवी ਕਾਲ ਲਈ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
हे अच्युत हे पार ब्रह्म अविनाशी अगनाश हे पूरन हे सर्ब मैं पंजन गुणतास हे संगी हे निरंकार हे निर्गुण सब टेक हे गोविंद हे गुण निधान के सदा बबेत हे अपरंपर हर हरे है पियो अणियार हे संत कै सदा संग धाराया हे ठाकुर हौ दासरो निर्गुण गुण नहीं कोई नानक दीजै नाम दान सा कोई है परो आए प्रभ शरणागति कृपा निध दयाल एक अखर हर मन बस्त नानक ओत निहाल ओ वाहिगुरु नाम जहाज है बड़े सो तेरे पार जो शरदा कर सेव दे गुर पारे उतार निहार ओ वाहिगुरु नाम जहाज है बड़े सो तेरे पार जो शरदा कर सेव दे गुर पारे उतार निहार वाहिगुरु जी का खालसा वाहिगुरु जी की फतेह।